नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स ਦੇ ਵਿੱਚ मैं ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਤੁਹਾਡਾ ਕੋਈ ਵੀ ਸਵਾਲ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਜੇਕਰ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਕੈਨੇਡਾ ਵਿੱਚ ਆਉਣ ਲੱਗੇ ਹੋ ਜਾਂ ਫਿਰ ਕੈਨੇਡਾ ਵਿੱਚ ਆ ਚੁੱਕੇ ਹੋ, ਤੁਹਾਡੇ ਲਈ ਕੁਝ ਅੱਜ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ। ਇਹਨਾਂ ਗਲਤੀਆਂ ਨੂੰ ਨਾ ਦੁਹਰਾਇਓ, ਇਨ ਫਿਊਚਰ ਹੋ ਸਕਦਾ ਹੈ ਕਿ ਤੁਹਾਡੀ ਪੀਆਰ ਦੇ ਉੱਤੇ ਖਤਰਾ ਆ ਜਾਵੇ। ਤੇ ਜੇਕਰ ਤੁਸੀਂ ਕੈਨੇਡਾ ਵਿੱਚ ਇੰਟਰਨੈਸ਼ਨਲ ਸਟੂਡੈਂਟ ਵਜੋਂ ਆਉਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਕੁਝ ਗਾਈਡਲਾਈਨਸ ਦੱਸਣ ਲੱਗੇ ਹਾਂ, ਕੁਝ ਤੁਹਾਨੂੰ ਜਾਣਕਾਰੀ ਦੇਣ ਲੱਗੇ ਹਾਂ ਤਾਂ ਕਿ ਇਹਨਾਂ ਨੂੰ ਫੋਲੋ ਕਰਕੇ ਕੈਨੇਡਾ ਵਿੱਚ ਪੀਆਰ ਤੱਕ ਦਾ ਰਾਸਤਾ ਤੁਸੀਂ ਆਪਣਾ ਸੌਖਾ ਕਰ ਸਕੋ। ਇਸ ਤੋਂ ਵੀ ਇਲਾਵਾ ਤੁਸੀਂ ਕੋਈ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਦੁਨੀਆ ਦੇ ਕਿਸੇ ਕੋਨੇ 'ਚੋਂ ਤੁਸੀਂ ਕੈਨੇਡਾ ਵਿੱਚ ਆਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣਾ ਕੋਈ ਰਿਫਿਊਜ਼ਲ ਆ ਗਿਆ, ਕੁਝ ਵੀ ਡਿਸਕਸ ਕਰਨਾ ਚਾਹੁੰਦੇ ਹੋ ਇਮੀਗ੍ਰੇਸ਼ਨ ਸੰਬੰਧੀ, ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਮੈਕਸ ਲਾਈਫ ਇਮੀਗ੍ਰੇਸ਼ਨ ਤੋਂ ਬਬਲਦੀਪ ਜੀ। ਬਹੁਤ ਬਹੁਤ ਸਵਾਗਤ ਹੈ ਮੈਮ। ਸਤਿ ਸ਼੍ਰੀ ਅਕਾਲ ਜੀ ਤਰਨ ਅਤੇ ਸਾਰੇ ਦਰਸ਼ਕਾਂ ਨੂੰ ਬਬਲਦੀਪ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ? ਬਸ ਠੀਕ ਠਾਕ, ਤੁਸੀਂ ਦੱਸੋ ਜੀ? ਬਹੁਤ ਵਧੀਆ। ਅੱਜ ਕੱਲ੍ਹ ਇਮੀਗ੍ਰੇਸ਼ਨ ਸਭ ਪਾਸੇ ਹੋਈ ਪਈ ਆ, ਜਿੱਥੇ ਗੱਲ ਕਰੋ ਜਿੱਥੇ ਦੇਖੋ ਇਮੀਗ੍ਰੇਸ਼ਨ ਦੀ ਜ਼ਿਆਦਾ ਇਸ ਵਕਤ ਸਾਡੇ ਫੈਡਰਲ ਮਿਨਿਸਟਰ ਤੱਕ ਜਿਹੜੇ ਆ ਕਾਫੀ ਜ਼ਿਆਦਾ ਇਸ ਮਾਮਲੇ ਦੇ ਉੱਤੇ ਬਿਆਨਬਾਜ਼ੀ ਕਰ ਰਹੇ ਨੇ। ਬਿਲਕੁਲ ਸਹੀ ਕਿਹਾ ਤਰਨ, ਇੰਨੀ ਕਦੇ ਵੀ ਇਮੀਗ੍ਰੇਸ਼ਨ ਬਾਰੇ ਨਿਊਜ਼ ਨਹੀਂ ਸੁਣਨ ਨੂੰ ਮਿਲੀਆਂ ਜਿੰਨੀਆਂ ਕਿ ਅੱਜ ਦੀ ਡੇਟ 'ਚ ਆ ਰਹੀਆਂ ਨੇ। ਹਰ ਦੂਜੇ ਦਿਨ ਇੱਕ ਨਵੀਂ ਰਿਪੋਰਟ, ਇੱਕ ਨਵੀਂ ਨਿਊਜ਼ ਆ ਰਹੀ ਆ। ਸੋ ਦੇਖਿਆ ਜਾਵੇ ਹਰ ਇੱਕ ਚੀਜ਼ ਉਹ ਰਿਲੇਟਡ ਹੋ ਰਹੀ ਆ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ। ਸੋ ਡੈਫੀਨੇਟਲੀ ਇੰਨੀ ਕਦੇ ਵੀ ਜਿਹੜਾ ਆਪਾਂ ਹੈਗਾ ਨਿਊਜ਼ ਬਾਰੇ ਨਹੀਂ ਸੁਣਿਆ ਹੈਗਾ ਜਿਹੜੀ ਇਮੀਗ੍ਰੇਸ਼ਨ ਦੀ ਅੱਜ ਕੱਲ੍ਹ ਹੋ ਰਹੀਆਂ ਨੇ। ਤੁਸੀਂ ਇਮੀਗ੍ਰੇਸ਼ਨ ਦੀਆਂ ਨਿਊਜ਼ ਦੀ ਗੱਲ ਕੀਤੀ ਆ, ਇਹ ਵੀ ਕਿਹਾ ਜਾ ਰਿਹਾ ਕਿ ਇਸ ਵਕਤ ਚਾਹੇ ਜੋ ਵੀ ਮੈਟਰ ਹੈਗਾ, ਹਾਊਸਿੰਗ ਦਾ ਮੈਟਰ ਹੈਗਾ ਤਾਂ ਉਹਦੇ ਲਈ ਮਤਲਬ ਇਮੀਗ੍ਰੇਸ਼ਨ ਜ਼ਿੰਮੇਦਾਰ ਆ। ਇਸ ਵਕਤ ਸਿਟੀਜ਼ ਦੇ ਉੱਤੇ ਬੋਝ ਪੈ ਰਿਹਾ ਤਾਂ ਉਹਦੇ ਲਈ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਜ਼ਿੰਮੇਦਾਰ ਨੇ। ਕਾਫੀ ਚੀਜ਼ਾਂ ਹੋ ਰਹੀਆਂ ਨੇ ਪਰ ਅੱਜ ਥੋੜੀ ਜਿਹੀ ਇਹਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ। ਸਟੂਡੈਂਟਸ ਇੱਥੇ ਆ ਰਹੇ ਨੇ, ਇਕਨੋਮੀ 'ਚ ਯੋਗਦਾਨ ਪਾ ਰਹੇ ਨੇ, ਪਰ ਗਵਰਨਮੈਂਟ ਵੀ ਉਹਨਾਂ ਨੂੰ ਕੋਈ ਸਹਿਯੋਗ ਦੇਣ ਦੀ ਬਜਾਏ ਜਾਂ ਫਿਰ ਉਹਨਾਂ ਨੂੰ ਕੋਈ ਫੈਸਿਲਿਟੀ ਦੇਣ ਦੀ ਬਜਾਏ ਜਾਂ ਕੁਝ ਰਿਆਇਤਾਂ ਦੇਣ ਦੀ ਬਜਾਏ ਇਸ ਵਕਤ ਉਹਨਾਂ ਦੇ ਉੱਤੇ ਕਾਫੀ ਠੀਕਰਾ ਭੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਸਟੂਡੈਂਟਸ ਵੀ ਜਿਹੜੇ ਇੱਥੇ ਆਉਂਦੇ ਨੇ ਕਈ ਵਾਰੀ ਆਪਣੇ ਰਾਈਟਸ ਤੋਂ ਜਾਣੂ ਨਹੀਂ ਹੁੰਦੇ ਜਾਂ ਉਹਨਾਂ ਨੂੰ ਬਗਾਨੇ ਮੁਲਕ ਦੀ ਜਾਣਕਾਰੀ ਵੀ ਨਹੀਂ ਹੁੰਦੀ। ਥੋੜੀ ਜਿਹੀ ਅੱਜ ਇਸ ਦੇ ਬਾਰੇ ਵਿੱਚ ਜਾਣਕਾਰੀ ਦਿੰਨੇ ਆ। ਜਿਹੜੇ ਸਟੂਡੈਂਟਸ ਖਾਸ ਤੌਰ ਤੇ ਹਜੇ ਆਪਣਾ ਤੁਸੀਂ ਸੋਚ ਰਹੇ ਹੋ ਕਿ ਸਟੱਡੀ ਪਰਮਿਟ ਲਗਾਉਣਾ ਆ, ਸਟੱਡੀ ਪਰਮਿਟ ਲੈਣਾ ਕੈਨੇਡਾ ਦਾ, ਸਭ ਤੋਂ ਪਹਿਲਾਂ ਉੱਥੋਂ ਸ਼ੁਰੂਆਤ ਕਰਦੇ ਆ। ਸਟੱਡੀ ਪਰਮਿਟ ਲੈਣ ਤੋਂ ਲੈ ਕੇ ਪੀਆਰ ਤੱਕ ਦਾ ਇਹ ਰਾਹ ਕਿੱਦਾਂ ਦਾ ਹੁੰਦਾ ਆ। ਖਾਸ ਤੌਰ ਤੇ ਹੁਣ ਸਖਤੀ ਬਹੁਤ ਜ਼ਿਆਦਾ ਕਹਿੰਦੇ ਹੋਣ ਜਾ ਰਹੀ ਆ ਜਾਂ ਹੋ ਰਹੀ ਹੈ। ਸੋ ਕਾਫੀ ਇਸ ਵਕਤ ਜਿਹੜਾ ਨੇ ਪੀਆਰ ਅਪਲਾਈ ਵੀ ਕੀਤਾ ਹੋਇਆ ਉਹਨਾਂ ਦੇ ਕੇਸਿਸ ਦੇ ਵਿੱਚ ਵੀ ਕਾਫੀ ਜਾਂਚ ਪੜਤਾਲ ਹੋ ਰਹੀ ਹੈ। ਸੋ ਅੱਜ ਤੁਹਾਨੂੰ ਪੂਰੀ ਇਹ ਜਾਣਕਾਰੀ ਦਵਾਂਗੇ। ਇਸ ਤੋਂ ਇਲਾਵਾ ਤੁਹਾਡਾ ਕੋਈ ਸਵਾਲ ਹੈ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਸੋ ਬਬਲਦੀਪ ਜੀ, ਸਭ ਤੋਂ ਪਹਿਲਾਂ ਜਦੋਂ ਇਮੀਗ੍ਰੇਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਟੱਡੀ ਵੀਜ਼ਾ ਮੰਨਿਆ ਜਾਂਦਾ ਕਿ ਇੱਕ ਜੈਨੂਇਨ ਵੇ ਹੈਗਾ ਕੈਨੇਡਾ ਵਿੱਚ ਆਉਣ ਦਾ ਤੇ ਆ ਕੇ ਇੱਥੇ ਵਰਕ ਪਰਮਿਟ ਤੇ ਪੀਆਰ ਹਾਸਲ ਕਰਨ ਦਾ। ਪਰ ਅੱਜ ਦੇ ਟਾਈਮ 'ਚ ਅਸੀਂ ਦੇਖ ਰਹੇ ਹਾਂ ਕਿ ਬਹੁਤ ਛੋਟੀ ਉਮਰ ਦੇ ਵਿੱਚ ਬੱਚੇ ਇੱਥੇ ਆ ਰਹੇ ਨੇ ਤੇ ਪੀਆਰ ਦਾ ਸਕੋਰ ਜਿਸ ਲੈਵਲ ਤੱਕ ਪਹੁੰਚ ਰਿਹਾ ਵਾ ਉੱਥੇ ਤੱਕ ਪਹੁੰਚ ਨਹੀਂ ਪਾ ਰਹੇ ਤੇ ਐਕਸਪਲੋਇਟੇਸ਼ਨ ਉਹਨਾਂ ਨਾਲ ਬਹੁਤ ਹੁੰਦੀ ਹੈ ਫਿਰ। ਸੋ ਸਭ ਤੋਂ ਪਹਿਲਾਂ ਇਹ ਦੱਸੋ, ਸਟੱਡੀ ਪਰਮਿਟ ਜਦੋਂ ਆਪਾਂ ਅਪਲਾਈ ਕਰਨਾ ਆ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਆ ਜਾਂ ਕਿਵੇਂ ਗਾਈਡ ਕਰਨਾ ਚਾਹੋਗੇ ਤੁਸੀਂ? ਤਰਨ, ਤੁਸੀਂ ਬਿਲਕੁਲ ਸਹੀ ਕਿਹਾ। ਸੋ ਬੇਸਿਕਲੀ ਹੁੰਦਾ ਕੀ ਹੈ, ਜਦੋਂ ਆਪਾਂ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਲਗਾਉਂਦੇ ਹਾਂ, ਜਿਹੜੇ ਤੁਹਾਡੇ ਬੈਕ ਹੋਮ ਏਜੰਟਸ ਹੈਗੇ ਨੇ ਤੁਸੀਂ ਉਹਨਾਂ ਨੂੰ ਕੰਟੈਕਟ ਕਰਦੇ ਹੋ, ਤੁਹਾਡੇ ਫਰਸਟ ਪੁਆਇੰਟ ਆਫ ਕੰਟੈਕਟ ਹੁੰਦੇ ਨੇ। ਸੋ ਉਹਨਾਂ ਦਾ ਮੇਨ ਪਰਪਸ ਇਹ ਹੈਗਾ ਕਿ ਤੁਸੀਂ ਉਹਨਾਂ ਕੋਲ ਗਏ, ਉਹਨਾਂ ਨੇ ਤੁਹਾਨੂੰ ਕਹਿਣਾ ਠੀਕ ਹੈ ਅੱਜ ਦੀ ਡੇਟ 'ਚ ਆਹ ਕਾਲਜਸ ਚੱਲ ਰਹੇ ਨੇ, ਤੁਸੀਂ ਐਡਮਿਸ਼ਨ ਲਓ। ਠੀਕ ਹੈ, ਉਹਨਾਂ ਨੇ ਜਸਟ ਤੁਹਾਨੂੰ ਐਡਮਿਸ਼ਨ ਤੱਕ ਦਾ ਦੱਸਣਾ, ਸਟੱਡੀ ਪਰਮਿਟ ਤੱਕ ਦਾ ਦੱਸਣਾ, ਬਟ ਉਹ ਤੋਂ ਅੱਗੇ ਕੀ ਰਸਤਾ ਹੈਗਾ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਦੇ ਲਈ ਉਹ ਤੁਹਾਨੂੰ ਗਾਈਡ ਨਹੀਂ ਕਰਦੇ ਹੈਗੇ। ਐਕਚੁਅਲੀ ਆਈ ਥਿੰਕ ਉਹਨਾਂ ਨੂੰ ਖੁਦ ਨੂੰ ਵੀ ਨਹੀਂ ਪਤਾ ਹੈਗਾ ਕਿ ਕੈਨੇਡਾ 'ਚ ਕਿਸ ਤਰ੍ਹਾਂ ਦੇ ਰੂਲਸ ਚੱਲ ਰਹੇ ਨੇ। ਉਸ ਤੋਂ ਬਾਅਦ ਉਹ ਕਹਿਣਗੇ ਕਿ ਠੀਕ ਹੈ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲ ਜਾਏਗਾ। ਉਹ 3 ਸਾਲਾਂ ਦੇ ਵਿੱਚ ਅਗਰ ਕੋਈ TR to PR ਵਰਗਾ ਪ੍ਰੋਗਰਾਮ ਆ ਗਿਆ ਜਾਂ ਸਕੋਰ ਇੱਕਦਮ 75 ਤੇ ਆ ਗਿਆ ਤਾਂ ਤੁਸੀਂ ਅਗਰ ਗ੍ਰੇਡ 12 ਵੀ ਕੀਤੀ ਹੋਈ ਆ ਦੈਨ ਸਟਿਲ ਤੁਹਾਡੇ ਚਾਂਸਸ ਬੈਟਰ ਹੈਗੇ ਨੇ ਪਰਮਨੈਂਟ ਰੈਜ਼ੀਡੈਂਸੀ ਦੇ ਲਈ। ਇਹੀ ਚੀਜ਼ ਹੈਗੀ ਜਿਹਦੇ ਕਰਕੇ ਬੱਚੇ ਜਦੋਂ ਇੱਥੇ ਆਉਂਦੇ ਨੇ, ਜਦੋਂ ਉਹਨਾਂ ਨੂੰ ਇੱਥੇ ਆ ਕੇ ਰਿਐਲਿਟੀ ਫੇਸ ਕਰਨੀ ਪੈ ਰਹੀ ਹੈ ਕਿ ਉਹਨਾਂ ਦੇ ਸਕੋਰ ਨਹੀਂ ਬਣ ਰਹੇ ਹੈਗੇ, ਔਰ ਡੈਫੀਨੇਟਲੀ ਉਹ ਇੱਕ ਵਾਰ ਤਾਂ ਅਪਸੈਟ ਹੁੰਦੇ ਨੇ ਕਿ ਅਸੀਂ ਕਿੱਦਾਂ ਕੀ ਕਰਾਂਗੇ, ਪਰਮਨੈਂਟ ਰੈਜ਼ੀਡੈਂਸੀ ਕਿੱਦਾਂ ਲਵਾਂਗੇ, ਬਿਕੋਜ਼ ਅਲਟੀਮੇਟਲੀ ਉਹੀ ਉਹਨਾਂ ਦਾ ਮੇਨ ਗੋਲ ਹੈਗਾ। ਸੋ ਅਗਰ ਜਿਹੜੇ ਉਹਨਾਂ ਦਾ ਫਰਸਟ ਪੁਆਇੰਟ ਆਫ ਕੰਟੈਕਟ ਹੈਗੇ ਨੇ, ਏਜੰਟ ਹੈਗੇ ਨੇ, ਅਗਰ ਉਹੀ ਉਹਨਾਂ ਨੂੰ ਪ੍ਰੋਪਰਲੀ ਗਾਈਡ ਕਰਨ ਕਿ ਅਗਰ ਤੁਸੀਂ ਬੈਚਲਰਸ ਕਰ ਲੈਂਦੇ ਹੋ, ਜੋ ਕਿ ਅੱਜ ਦੀ ਡੇਟ 'ਚ ਆਈ ਥਿੰਕ ਰਿਕੁਆਇਰਡ ਹੈਗੀ ਹੈ, ਤੁਸੀਂ ਬੈਚਲਰਸ ਕਰ ਲੈਂਦੇ ਹੋ ਤੇ ਉਹ ਤੋਂ ਬਾਅਦ ਤੁਸੀਂ ਕੈਨੇਡਾ ਜਾ ਕੇ 2 ਸਾਲ ਦਾ ਕੋਈ ਵੀ ਡਿਪਲੋਮਾ ਕਰਦੇ ਹੋ, 3 ਸਾਲ ਦਾ ਤੁਹਾਡੇ ਕੋਲ ਪਰਮਿਟ ਹੈਗਾ, ਤਾਂ ਤੁਹਾਡੇ ਪਰਮਨੈਂਟ ਰੈਜ਼ੀਡੈਂਸੀ ਦੇ ਅੱਗੇ ਜਿਹੜੇ ਚਾਂਸਸ ਹੈਗੇ ਨੇ ਉਹ ਵੇ ਬੈਟਰ ਹੈਗੇ ਨੇ। ਜਿੱਦਾਂ ਤੁਸੀਂ ਇਹ ਗੱਲ ਕੀਤੀ ਕਿ ਬੱਚੇ ਛੋਟੇ ਨੇ, ਅਗਰ ਤੁਸੀਂ ਆਪਾਂ ਮਾਈਂਡਸੈਟ ਦੀ ਗੱਲ ਕਰੀਏ, ਜਿਹੜਾ ਬੱਚਾ ਇੱਥੇ 18 ਸਾਲ ਦੀ ਏਜ 'ਚ ਆ ਰਿਹਾ ਉਹਦਾ ਜਿਹੜਾ ਮਾਈਂਡਸੈਟ ਹੈਗਾ, ਜਾਂ ਫਿਰ ਜਿਹੜਾ ਬੱਚਾ ਇੱਥੇ ਬੈਚਲਰ ਕਰਕੇ ਆਏਗਾ ਉਹ ਤੋਂ 3 ਸਾਲ ਬਾਅਦ ਉਹਦਾ ਜਿਹੜਾ ਮਾਈਂਡਸੈਟ ਹੋਏਗਾ ਟੋਟਲੀ ਡਿਫਰੈਂਟ ਹੋਏਗਾ। 18 ਸਾਲ ਦੇ ਬੱਚੇ ਨੂੰ ਸਿਰਫ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਠੀਕ ਹੈ ਤੁਸੀਂ ਉੱਥੇ ਚਲੇ ਜਾਓ, ਕਿਸੇ ਨਾ ਕਿਸੇ ਤਰੀਕੇ ਤੁਹਾਡੀ ਪੀਆਰ ਹੋ ਜਾਏਗੀ। ਠੀਕ ਹੈ ਨਾ, ਉਹ ਬੱਚੇ ਨੂੰ ਇਹ ਨਹੀਂ ਪਤਾ ਕਿ ਉਹਦਾ ਕਰੀਅਰ ਗੋਲ ਕੀ ਹੈਗਾ, ਉਹਦਾ ਫੋਕਸ ਕੀ ਹੈਗਾ ਆ। ਉਹਨੂੰ ਜਸਟ ਇਹ ਦਿਖ ਰਿਹਾ ਹੈ ਕਿ ਹਾਂ ਮੈਂ ਉੱਥੇ ਜਾਣਾ ਸਟੱਡੀ ਦੇ ਉੱਪਰ, ਮੈਂ ਆਪਣੇ ਖਰਚੇ ਉੱਥੇ ਕੋਈ ਵੀ ਜੌਬ ਕਰਕੇ ਕੱਢ ਲਾਂਗਾ ਤੇ ਕੱਲ ਨੂੰ ਇੱਦਾਂ ਮੈਂ ਵਰਕ ਪਰਮਿਟ ਜਾਂ ਆਪਣੀ ਪਰਮਨੈਂਟ ਰੈਜ਼ੀਡੈਂਸੀ ਲੈ ਲਵਾਂਗਾ। ਬਟ ਜਿਹੜਾ ਬੱਚਾ ਇੱਥੇ ਬੈਚਲਰਸ ਕਰਕੇ ਆ ਰਿਹਾ, ਉਹਨੇ ਆਲਰੇਡੀ 3 ਸਾਲ ਕਾਲਜ ਲਗਾਏ ਨੇ, ਉਹਨੇ ਕੋਈ ਪਾਰਟਿਕੂਲਰ ਸਬਜੈਕਟਸ ਲਏ ਹੋਏ ਨੇ, ਸੋ ਥੋੜਾ ਫੋਕਸਡ ਹੈਗਾ ਕਿ ਮੇਰਾ ਆਹ ਕਰੀਅਰ ਗੋਲ ਹੈ ਤੇ ਮੈਂ ਉਸ ਅੱਗੇ ਉਸੇ ਲਾਈਨ ਦੇ ਵਿੱਚ ਜਾਣਾ ਤੇ ਉਸ ਤਰ੍ਹਾਂ ਦੀ ਅੱਗੇ ਜੌਬਸ ਕਰਨੀਆਂ ਨੇ। ਸੋ ਇੱਥੇ
ਮਾਈਂਡਸੈਟ ਦਾ ਬਹੁਤ ਇੱਕ ਵੱਡਾ ਰੋਲ ਪਲੇ ਹੁੰਦਾ। ਨੈਚੁਰਲੀ ਜੋ ਤੁਸੀਂ ਇੱਥੇ ਬੈਚਲਰਸ ਕਰਕੇ ਆ ਰਹੇ ਹੋ ਤੁਹਾਨੂੰ ਉਸ ਹਿਸਾਬ ਨਾਲ ਜੌਬਸ ਵੀ ਮਿਲਦੀਆਂ ਨੇ ਐਂਡ ਅੱਗੇ ਜਿਹੜੀ ਪਰਮਨੈਂਟ ਰੈਜ਼ੀਡੈਂਸੀ ਹੈਗੀ ਆ ਤੁਹਾਨੂੰ ਉਹ ਵੀ ਈਜ਼ੀ ਮਿਲਦੀ ਆ। ਹੁਣ ਇਸ ਤੋਂ ਬਾਅਦ ਆਉਂਦਾ ਕਿ ਆਪਾਂ ਮੋਸਟਲੀ ਕਈ ਵਾਰ ਏਜੰਟ ਕੋਲ ਜਾ ਕੇ ਸਾਰਾ ਕੁਝ ਉਹਨਾਂ ਦੇ ਉੱਪਰ ਹੀ ਰੱਖ ਦਿੰਦੇ ਆ ਕਿ ਤੁਸੀਂ ਸਾਨੂੰ ਐਡਮਿਸ਼ਨ ਕਰਾਓ, ਤੁਸੀਂ ਸਾਡੀ ਫੀਸ ਪੇ ਕਰੋ, ਸਾਡਾ GIC ਅਕਾਊਂਟ ਓਪਨ ਕਰੋ, ਈਚ ਐਂਡ ਐਵਰੀਥਿੰਗ। ਹਾਂ ਵੀ ਅਸੀਂ ਤੁਹਾਨੂੰ ਬਸ ਪੇ ਕਰ ਰਹੇ ਹਾਂ, ਬਾਕੀ ਸਾਰਾ ਕੰਮ ਤੁਹਾਡਾ। ਬਿਲਕੁਲ। ਬਟ ਅੱਜ ਦੀ ਡੇਟ ਦੇ ਵਿੱਚ ਦੇਖੋ ਸਭ ਕੁਝ ਆਨਲਾਈਨ ਹੈ, ਸਾਰਾ ਸਿਸਟਮ ਆਨਲਾਈਨ ਹੈ। ਸੋ ਤੁਸੀਂ ਜਿਹੜੇ ਕਾਲਜ 'ਚ ਜਾ ਰਹੇ ਹੋ ਤੁਸੀਂ ਉਹਦੀ ਸਰਚ ਕਰੋ ਉਹ DLI ਅਪਰੂਵਡ ਹੈ ਕਿ ਨਹੀਂ ਹੈ, ਤੁਹਾਨੂੰ ਉੱਥੇ ਜਾ ਕੇ ਵਰਕ ਪਰਮਿਟ ਮਿਲੇਗਾ ਨਹੀਂ ਮਿਲੇਗਾ। ਉਹ ਕਾਲਜ ਤੁਹਾਡੇ ਅਗਰ ਤੁਹਾਡੀ ਕੋਈ ਮੇਨ ਸਿਟੀ ਪ੍ਰੈਫਰੈਂਸ ਹੈਗੀ ਕਿ ਅਸੀਂ ਇਸ ਸਿਟੀ 'ਚ ਰਹਿਣਾ, ਉਹ ਕਾਲਜ ਤੋਂ ਕਿੰਨੀ ਦੂਰ ਹੈ, ਕਿਉਂਕਿ ਕਈ ਬੱਚੇ ਇੱਥੇ ਆ ਕੇ ਕਹਿੰਦੇ ਨੇ ਕਿ ਸਾਨੂੰ ਤਾਂ ਪਤਾ ਨਹੀਂ ਸੀ ਕਾਲਜ ਰੂਰਲ ਏਰੀਆ 'ਚ ਹੈਗਾ ਜਾਂ ਬਹੁਤ ਦੂਰ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਪਹਿਲਾਂ ਹੀ ਦੇਖਣੀਆਂ ਚਾਹੀਦੀਆਂ ਨੇ, ਕਿਉਂਕਿ ਤੁਸੀਂ 18+ ਹੈਗੇ ਹੋ, ਰਾਈਟ? ਸੋ 18+ ਤੁਹਾਨੂੰ ਕੱਲ ਨੂੰ ਇਹ ਨਹੀਂ ਕਹਿ ਸਕਦੇ ਕਿ ਇਸ ਦਾ ਏਜੰਟ ਦੇ ਸਿਰ ਦੇ ਉੱਪਰ ਆ ਸਾਰੀਆਂ ਚੀਜ਼ਾਂ ਕੀਤੀਆਂ ਬਟ ਉਹਨਾਂ ਨੇ ਸਾਨੂੰ ਗਲਤ ਗਾਈਡ ਕੀਤਾ। ਅਗਰ ਤੁਸੀਂ ਐਪਲੀਕੇਸ਼ਨ ਫਾਰਮਸ ਵੀ ਦੇਖਦੇ ਹੋ ਨਾ, ਅਗਰ ਤੁਸੀਂ 18 ਸਾਲ ਹੈਗੇ ਤੁਸੀਂ ਸਾਈਨ ਕਰਦੇ ਹੋ ਦੈਨ ਉਹ ਸਾਰੀ ਰਿਸਪੌਂਸਿਬਿਲਟੀ ਤੁਹਾਡੀ ਹੈ ਕਿ ਤੁਸੀਂ ਇਨਫੋਰਮੇਸ਼ਨ ਨੂੰ ਪ੍ਰੋਵਾਈਡ ਕੀਤੀ ਹੈ, ਉਹ ਏਜੰਟ ਦੇ ਉੱਪਰ ਨਹੀਂ ਆਏਗਾ। ਸੋ ਜਦੋਂ ਵੀ ਤੁਸੀਂ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਕਰਦੇ ਹੋ, ਜੋ ਤੁਹਾਡੇ ਕੋਲ ਹੱਥ 'ਚ ਆਫਰ ਲੈਟਰ ਆਉਂਦੀ ਹੈ, ਜਸਟ ਮੇਕ ਸ਼ੋਰ ਕਾਲਜ ਨਾਲ ਡਬਲ ਚੈੱਕ ਕਰੋ ਕਿ ਜਿਹੜੀ ਆਫਰ ਲੈਟਰ ਹੈਗੀ ਉਹ ਜੈਨੂਇਨ ਹੈਗੀ ਆ, ਜਿਹੜਾ ਤੁਹਾਡਾ ਕਾਲਜ ਹੈਗਾ ਉਹ DLA ਅਪਰੂਵਡ ਹੈਗਾ, ਕੱਲ ਨੂੰ ਤੁਹਾਨੂੰ ਉੱਥੇ ਜਾ ਕੇ PG ਵਰਕ ਪਰਮਿਟ ਮਿਲ ਸਕਦਾ, ਤਾਂ ਕਿ ਜਿਹੜੀਆਂ ਅਗਲੀਆਂ ਜਿਹੜੀ ਪ੍ਰੋਬਲਮਸ ਹੈਗੀਆਂ ਨੇ ਤੁਸੀਂ ਐਟਲੀਸਟ ਉੱਥੇ ਪਹਿਲਾਂ ਹੀ ਸੇਵ ਹੋ ਜਾਓ। ਉਹ ਤੋਂ ਬਾਅਦ ਇੱਕ ਚੀਜ਼ ਜੋ ਬਹੁਤ ਦੇਖਣ 'ਚ ਆ ਰਹੀ ਆ, ਕਈ ਵਾਰ ਬੱਚਿਆਂ ਦਾ ਉੱਥੇ ਮਾਈਂਡਸੈਟ ਇਦਾਂ ਕੀਤਾ ਜਾਂਦਾ ਕਿ ਤੁਸੀਂ ਆਹ ਕਾਲਜ ਹੀ ਐਡਮਿਸ਼ਨ ਮਿਲ ਰਹੀ ਹੈ ਤੁਸੀਂ ਲੈ ਲਓ, ਜੋ ਤੁਸੀਂ ਕੈਨੇਡਾ ਜਾਓਗੇ ਜਾ ਕੇ ਆਪਣਾ ਉੱਥੇ ਕਾਲਜ ਚੇਂਜ ਕਰ ਲਿਓ। ਕਾਲਜ ਚੇਂਜ ਕਰਨਾ ਤਰਨ ਇਟਸ ਨਾਟ ਦੈਟ ਈਜ਼ੀ, ਠੀਕ ਹੈ? ਬੱਚੇ ਆ ਕੇ ਡੈਫੀਨੇਟਲੀ ਕਾਲਜ ਚੇਂਜ ਕਰਦੇ ਨੇ ਬਟ ਫਿਰ ਉਹੀ ਚੀਜ਼ ਕਈ ਵਾਰ ਜੋ ਤੁਸੀਂ ਪ੍ਰੋਗਰਾਮ ਲੈਣਾ ਚਾਹੁੰਦੇ ਹੋ ਤੁਹਾਨੂੰ ਪ੍ਰੋਗਰਾਮ ਨਹੀਂ ਮਿਲ ਰਿਹਾ ਹੁੰਦਾ, ਤਾਂ ਆਪਣੇ ਗੈਪ ਨੂੰ ਤੁਸੀਂ ਕਵਰ ਕਰਨ ਦੇ ਲਈ ਅਗੇਨ ਜੋ ਵੀ ਪ੍ਰੋਗਰਾਮ ਮਿਲ ਰਿਹਾ ਤੁਸੀਂ ਉਹ ਪਿਕ ਕਰ ਰਹੇ ਹੋ, ਚੇਂਜ ਕਰਦੇ ਹੋ, ਠੀਕ ਹੈ? ਤਾਂ ਫਿਰ ਉੱਥੇ ਤੁਹਾਡਾ ਕੈਰੀਅਰ ਗੋਲ ਕਿੱਥੇ ਹੈਗਾ, ਠੀਕ ਹੈ? ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਉਹਨਾਂ ਨੂੰ ਸਟਾਰਟਿੰਗ ਦੇ ਵਿੱਚ ਹੀ ਕਲੀਅਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਕਿ ਆਹ ਤੁਹਾਨੂੰ ਕੱਲ ਨੂੰ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਹੈ। ਹੁਣ ਇੱਕ ਕੇਸ ਦੇ ਵਿੱਚ ਕੀ ਹੈਗਾ ਹੋਇਆ ਕਿ ਸਟੂਡੈਂਟ ਕੈਨੇਡਾ ਉਹਨਾਂ ਨੇ ਅਪਲਾਈ ਕੀਤਾ, ਜਿੱਦਾਂ ਆਪਾਂ ਪਿੱਛੇ ਜੇ ਦੇਖਿਆ ਜਿਹੜੇ ਸਟੂਡੈਂਟਸ ਦੀਆਂ ਆਫਰ ਲੈਟਰਸ ਡੈਫਰ ਹੋਈਆਂ। ਸੋ ਕਿਸੇ ਕਾਲਜ ਨੇ ਉਹਨਾਂ ਦੇ ਇਦਾਂ ਹੀ ਆਫਰ ਲੈਟਰ ਡੈਫਰ ਕਰਤੀ, ਉਹਦਾ ਆਲਰੇਡੀ ਵੀਜ਼ਾ ਅਪਰੂਵਡ ਸੀ। ਜਦੋਂ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਡੈਫੀਨਿਟਲੀ ਚੀਜ਼ ਇਨਫੋਰਮ ਕਰਨੀ ਪੈਂਦੀ ਹੈ ਕਿ ਤੁਹਾਡਾ ਜਿਹੜਾ ਹੈਗਾ ਅੱਗੇ ਕਾਲਜ ਵੱਲੋਂ ਜਿਹੜੀ ਨੈਕਸਟ ਆਫਰ ਲੈਟਰ ਆਈ ਹੈ ਡੈਫਰ ਹੋ ਚੁੱਕੀ ਹੈ, ਤਾਂ ਤੁਹਾਨੂੰ ਦੁਬਾਰਾ ਪਾਸਪੋਰਟ ਰਿਕੁਐਸਟ ਆਉਂਦੀ ਹੈ ਕਿ ਤੁਹਾਡੇ ਕੋਲ ਹੁਣ 4 ਮਹੀਨੇ ਦਾ ਟਾਈਮ ਹੋਰ ਹੈਗਾ ਕਿ ਤੁਸੀਂ ਉਦੋਂ ਹੀ ਆਇਓ ਜਦੋਂ ਤੁਹਾਡਾ ਕਾਲਜ ਇਨਟੇਕ ਸਟਾਰਟ ਹੋਏਗਾ। ਸੋ ਅਗਰ ਸੈਪਟੈਂਬਰ ਤੋਂ ਤੁਹਾਨੂੰ ਜਨਵਰੀ ਉਹਨਾਂ ਨੇ ਡੈਫਰ ਕਰਤਾ, ਉਹਨਾਂ ਨੇ ਦੁਬਾਰਾ ਪਾਸਪੋਰਟ ਰਿਕੁਐਸਟ ਭੇਜੀ ਹੈ ਕਿ ਹੁਣ ਦੁਬਾਰਾ ਸਟੈਂਪ ਲੱਗੇਗੀ ਐਂਡ ਦੈਨ ਤੁਸੀਂ ਕੰਟਰੀ ਐਂਟਰ ਕਰੋਗੇ। ਬੇਸਿਕਲੀ ਉਹਦਾ ਪਰਪਸ ਇਹ ਹੈਗਾ ਕਿ ਅਗਰ ਰਾਈਟ ਨਾਓ ਤੁਸੀਂ ਨਹੀਂ ਉੱਥੇ ਜਾ ਕੇ ਪੜ੍ਹਨਾ ਹੈਗਾ ਤਾਂ ਫਿਲਹਾਲ ਤੁਸੀਂ ਉਹ ਟਾਈਮ ਪੀਰੀਅਡ ਆਪਦੀ ਕੰਟਰੀ 'ਚ ਰਹੋ, ਤੁਸੀਂ 4 ਮਹੀਨੇ ਇੱਥੇ ਆ ਕੇ ਵੈਸੇ ਵੀ ਨਾ ਕੰਮ ਕਰ ਸਕਦੇ ਹੋ, ਠੀਕ ਹੈ? ਤੁਹਾਡੇ ਕੋਲ ਆਫਰ ਲੈਟਰ ਨਹੀਂ ਹੈਗੀ ਜੋ ਕਿ ਅੱਜ ਦੀ ਡੇਟ ਤੁਸੀਂ ਬਾਰਡਰ ਤੇ ਆਉਂਦੇ ਹੋ ਚੈੱਕ ਹੁੰਦੀ ਹੈ ਕਿ ਤੁਹਾਡਾ ਕਿਹੜਾ ਇਨਟੇਕ ਹੈਗਾ। ਸੋ ਇਦਾਂ ਦੀਆਂ ਚੀਜ਼ਾਂ ਨੂੰ ਤੁਹਾਨੂੰ ਸਟਾਰਟਿੰਗ ਤੋਂ ਹੀ ਧਿਆਨ 'ਚ ਰੱਖਣਾ ਪੈਂਦਾ ਹੈ ਜੋ ਤੁਸੀਂ ਅਪਲਾਈ ਕਰਦੇ ਹੋ। ਤੁਸੀਂ ਇਹਦੇ ਬਾਰੇ ਵਿੱਚ ਜਿਵੇਂ ਜਾਣਕਾਰੀ ਦਿੱਤੀ ਆ ਕਿ ਕਾਲਜ ਚੇਂਜ ਕਰਨਾ ਵੀ ਇੰਨਾ ਸੌਖਾ ਨਹੀਂ ਹੈਗਾ। ਆਮ ਤੌਰ ਤੇ ਕਿਹਾ ਜਾਂਦਾ ਕਿ ਸਾਨੂੰ ਇੱਕ ਵਾਰੀ ਬਸ ਐਂਟਰ ਕਰਾ ਦਿਓ ਕੈਨੇਡਾ, ਉਸ ਤੋਂ ਬਾਅਦ ਅਸੀਂ ਦੇਖ ਲਵਾਂਗੇ, ਜਾਂ ਇੱਥੇ ਪਹੁੰਚਣ ਤੋਂ ਬਾਅਦ ਇਹ ਵੀ ਸੁਜੈਸਟ ਕੀਤਾ ਜਾਂਦਾ ਹੈ ਕਿ ਤੁਸੀਂ ਸਟੱਡੀ ਪਰਮਿਟ ਨੂੰ ਜਿਹੜਾ ਤੁਸੀਂ ਵਰਕ ਪਰਮਿਟ ਚੇਂਜ ਕਰ ਲਓ, ਕਿਉਂ ਤੁਸੀਂ ਫੀਸਾਂ ਭਰਨੀਆਂ ਨੇ, ਉਦੋਂ ਬੈਟਰ ਹੈ ਕਿ ਤੁਸੀਂ ਵਰਕ ਪਰਮਿਟ ਲਵੋ ਤੇ ਕਮਾਉਣਾ ਸ਼ੁਰੂ ਕਰ ਦੇਵੋ। ਇਹ ਕਿੰਨਾ ਕੁ ਜਦੋਂ ਤੁਸੀਂ ਕੱਲ ਨੂੰ PR ਲਈ ਅਪਲਾਈ ਕਰਦੇ ਹੋ ਜਾਂ ਕੋਈ ਵੇ ਬਣਾਉਣ ਦੀ ਕੋਸ਼ਿਸ਼ ਕਰਦੇ ਹੋ, ਪਾਥਵੇ ਬਣਾਉਣ ਦੀ, ਕਿੰਨਾ ਕੁ ਕੱਲ ਨੂੰ ਤੁਹਾਡੀ ਪ੍ਰੋਫਾਈਲ ਦੇ ਉੱਤੇ ਇਹ ਨੈਗੇਟਿਵ ਇੰਪੈਕਟ ਪਾ ਸਕਦਾ ਆ? ਤਰਨ ਡੈਫੀਨਿਟਲੀ ਇਹ ਚੀਜ਼ ਕਹੀ ਜਾਂਦੀ ਹੈ ਬਟ ਦੇਖੋ ਜਿਹੜਾ LMI ਬੇਸਡ ਵਰਕ ਪਰਮਿਟ ਹੈਗਾ ਉਹ ਵੀ ਤਾਂ ਹੀ ਹੋਏਗਾ ਅਗਰ ਬੱਚੇ ਕੋਲ ਕਿਸੇ ਤਰੀਕੇ ਦਾ ਐਕਸਪੀਰੀਅੰਸ ਹੈਗਾ, ਕਿਉਂਕਿ ਤੁਸੀਂ ਉਹ ਚੀਜ਼ ਪ੍ਰੂਵ ਕਰਨੀ ਹੈ ਕਿ ਬੱਚਾ ਸਪੋਜ਼ ਐਡਮਿਨ ਦੀ ਪੋਜੀਸ਼ਨ ਲਈਏ ਉਹਦੇ ਲਈ ਤਾਂ ਕੁਆਲੀਫਾਈ ਕਰਦਾ ਕਿਉਂਕਿ ਉਹਨੇ ਪਾਸਟ ਦੇ ਵਿੱਚ ਉਹ ਕੰਮ ਕੀਤਾ ਹੋਇਆ। ਬਟ ਜਿਹੜਾ ਬੱਚਾ I ਗ੍ਰੇਡ ਵਾਲ ਤੋਂ ਬਾਅਦ ਰਿਹਾ ਉਹਦੇ ਕੋਈ ਕੰਮ ਦਾ ਐਕਸਪੀਰੀਅੰਸ ਨਹੀਂ ਦਿਖਾਇਆ ਹੈਗਾ ਇੱਥੇ ਬੈਕ ਹੋਮ ਤੇ ਇੱਥੇ ਆ ਕੇ ਵੀ ਰਾਈਟ ਵੇ LMI ਵੱਲ ਜਾ ਰਿਹਾ, ਤੇ ਇਹਨੂੰ ਕਿਸ ਤਰ੍ਹਾਂ ਉਸ ਚੀਜ਼ ਨੂੰ ਪ੍ਰੂਵ ਕਰੇਗਾ? ਅੰਟਿਲ ਐਂਡ ਅਨਲੈਸ ਤੁਸੀਂ ਇਦਾਂ ਦੀ LMI ਲੈ ਰਹੇ ਹੋ ਜਿਹਦੇ ਵਿੱਚ ਕੋਈ ਐਕਸਪੀਰੀਅੰਸ ਹੀ ਰਿਕੁਆਇਰਡ ਨਹੀਂ ਹੈਗਾ ਦੈਨ ਇਟਸ ਓਕੇ, ਬਟ ਉਹ ਚੀਜ਼ ਕੱਲ ਨੂੰ ਤੁਹਾਨੂੰ PR ਵੀ ਨਹੀਂ ਦੇਗੀ, ਠੀਕ ਹੈ ਨਾ? ਅਗਰ ਆਪਾਂ ਟੀਅਰ 4-5 ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਾਡੀ ਪਰਮਨੈਂਟ ਰੈਜ਼ੀਡੈਂਸੀ ਬਹੁਤ ਡਿਫਿਕਲਟ ਹੈਗੀ ਆ। ਆਮ ਤੌਰ ਤੇ ਉੱਥੇ ਬੱਚਿਆਂ ਨੂੰ ਇਹ ਕਿਹਾ ਜਾਂਦਾ ਕਿ ਵੀ ਜਦੋਂ ਏਜੰਟ ਕੋਲ ਜਾਂਦੇ ਆ ਪੇਰੈਂਟਸ ਵੀ ਕਈ ਵਾਰੀ ਨਹੀਂ, ਕਿਉਂਕਿ ਕਿਸੇ ਨੂੰ ਨਹੀਂ ਪਤਾ ਕਿ ਕੈਨੇਡਾ ਵਿੱਚ ਕੀ ਸਿਸਟਮ ਚੱਲ ਰਿਹਾ PR ਦੇ ਲਈ, ਤਾਂ ਇਹ ਕਿਹਾ ਜਾਂਦਾ ਉਹਨਾਂ ਨੂੰ ਏਜੰਟਸ ਇਹ ਗਾਈਡ ਕਰਦੇ ਆ ਕਿ ਇੱਥੇ ਤੁਸੀਂ ਉਹਨਾਂ ਦੀ ਗ੍ਰੈਜੂਏਸ਼ਨ ਦੇ ਉੱਤੇ ਕੋਈ BSc ਕਰਵਾਓਗੇ, ਕੋਈ BA ਕਰਵਾਓਗੇ, ਇੱਥੇ ਇੰਨੇ ਹਜ਼ਾਰਾਂ ਰੁਪਏ ਖਰਚ ਕਰਨ ਨਾਲੋਂ ਜੇ ਤੁਸੀਂ ਕੈਨੇਡਾ ਭੇਜ ਦਿਓ, ਇੱਕ ਤਾਂ ਉਧਰਲੀ ਐਜੂਕੇਸ਼ਨ ਹੋ ਜਾਏਗੀ ਐਂਡ ਸੈਕੰਡਲੀ ਉਹਦੇ ਲਈ ਉੱਥੇ ਉਹੀ ਟਾਈਮ ਪੀਰੀਅਡ ਪੜ੍ਹਾਈ ਦਾ ਵਧੇਗਾ ਤੇ ਨਾਲ ਦੀ ਨਾਲ ਉਹਨੂੰ PR ਲਈ ਈਜ਼ੀ ਹੋ ਜਾਏਗਾ। ਸੋ +2 ਦੇ ਕਰਕੇ ਤਾਂ ਕਰਕੇ ਕਈ ਵਾਰੀ ਪੇਰੈਂਟਸ ਇਹ ਸੋਚਦੇ ਆ ਵੀ ਇੱਥੇ ਬਹਿ ਕੇ ਪੜ੍ਹਾਈ ਦੇ ਪੈਸੇ ਲਾਉਣ ਨਾਲੋਂ ਬੈਟਰ ਆ ਕਿ ਕੈਨੇਡਾ ਹੀ ਪੜ੍ਹਾ ਦਵੋ, ਉੱਥੇ ਹੀ ਬੈਟਰ ਹੈ। ਸਹੀ, ਬਿਲਕੁਲ ਤਰਨ ਐਕਚੁਅਲੀ ਇਹੀ ਚੀਜ਼ ਹੈਗੀ ਜਿਹੜੀ ਆਪਾਂ ਕਹਿੰਦੇ ਨਾ ਮਾਈਂਡਸੈਟ ਉਸ ਹਿਸਾਬ ਨਾਲ ਕੀਤਾ ਜਾ ਰਿਹਾ, ਕਿਉਂਕਿ ਏਜੰਟਸ ਨੇ ਡੈਫੀਨਿਟਲੀ ਆਪਣਾ ਬਿਜ਼ਨਸ ਜਨਰੇਟ ਕਰਨਾ। ਸੋ ਉਹਨਾਂ ਲਈ ਹੈਗਾ ਕਿ ਅਗਰ ਕੋਈ ਕਲਾਇੰਟ ਆ ਗਿਆ ਜਸਟ ਉਹਦੀ ਅਸੀਂ ਐਡਮਿਸ਼ਨ ਕਰਾਈਏ, ਇੱਕ ਬੱਚਾ ਜਿਹੜਾ ਇੱਥੇ ਤੁਸੀਂ ਬੈਚਲਰਸ ਕਰਨ ਆ ਰਹੇ ਹੋ ਡੈਫੀਨਿਟਲੀ ਤੁਹਾਡੀ PR ਇੱਥੇ ਵੀ ਈਜ਼ੀ ਹੋਏਗੀ ਕਿਉਂਕਿ ਤੁਹਾਡੇ ਸਕੋਰ ਇਨਕਰੀਜ਼ ਹੁੰਦੇ ਅਗਰ ਤੁਸੀਂ ਇੱਥੇ ਬੈਚਲਰਸ ਕਰਨ ਆ ਰਹੇ ਹੋ। ਸੋ ਤੁਸੀਂ ਅਗਰ ਤੁਹਾਨੂੰ ਲੱਗਦਾ ਕਿ ਨਹੀਂ ਤੁਸੀਂ ਇੰਡੀਆ 'ਚ ਪੜ੍ਹਨਾ ਚਾਹੁੰਦੇ ਹੈਗੇ ਤਾਂ ਐਟਲੀਸਟ ਆਇਲਸ ਇੱਕ ਤੁਸੀਂ ਇੱਥੇ 3 ਸਾਲ ਦਾ
ਪ੍ਰੋਗਰਾਮ ਲਵੋ ਤਾਂ ਕਿ ਤੁਹਾਨੂੰ ਤੁਹਾਡਾ ਅੱਗੇ ਪੀਆਰ ਨੂੰ ਰਸਤਾ ਈਜ਼ੀ ਹੋਵੇ। ਅੱਜ ਦੀ ਡੇਟ 'ਚ ਇੰਨੀ ਈਜ਼ੀ ਨਹੀਂ ਪਰਮਾਨੈਂਟ ਰੈਜ਼ੀਡੈਂਸੀ ਹੈਗੀ। ਤੁਸੀਂ ਹੁਣ ਦੇਖਿਆ ਹੋਵੇਗਾ ਬੱਚੇ ਇੱਥੇ ਸਟੱਡੀ ਕੰਪਲੀਟ ਕਰਦੇ ਆ, ਸਟਿਲ ਉਹ ਤੋਂ ਬਾਅਦ ਕਿਸੇ ਹੋਰ ਪ੍ਰੋਵਿੰਸ ਮੂਵ ਕਰਨ ਨੂੰ ਰੈਡੀ ਹੁੰਦੇ ਨੇ, ਰਾਈਟ। ਬਟ ਜਦੋਂ ਸਟੱਡੀ ਪਰਮਿਟ ਤੇ ਇੱਥੇ ਆਉਣਾ ਚਾਹ ਰਹੇ ਹੁੰਦੇ ਨੇ ਉਦੋਂ ਕਿਤੇ ਕਿਸੇ ਹੋਰ ਪ੍ਰੋਵਿੰਸ 'ਚ ਨਹੀਂ ਮੂਵ ਕਰ ਰਹੇ ਹੁੰਦੇ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਇਹ ਜਦੋਂ ਕੋਈ ਵੀ ਬੱਚਾ ਜਾਂ ਉਹਨਾਂ ਦੇ ਪੇਰੈਂਟਸ ਹੈਗੇ ਨੇ ਡਿਸਾਈਡ ਕਰਦੇ ਨੇ ਕਿ ਅਸੀਂ ਬੱਚੇ ਨੂੰ ਬਾਹਰ ਭੇਜਣਾ, ਉਹਨਾਂ ਨੂੰ ਇਹ ਚੀਜ਼ਾਂ ਪਹਿਲਾਂ ਦੇਖਣੀਆਂ ਚਾਹੀਦੀਆਂ ਨੇ ਅੱਜ ਦੀ ਡੇਟ ਦੇ ਵਿੱਚ ਕਿ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਕਿਸ ਹਿਸਾਬ ਨਾਲ ਹੋ ਰਹੀ ਆ। ਸੋ ਜਸਟ ਆਪਾਂ ਸ਼ਾਰਟ ਟਰਮ ਗੋਲ ਨਾ ਲੈ ਕੇ ਚੱਲੀਏ, ਉਹਨਾਂ ਨੂੰ ਲੌਂਗ ਟਰਮ ਲੈ ਕੇ ਚੱਲੀਏ ਕਿ ਕੱਲ ਨੂੰ ਪੀਆਰ ਇਹਨਾਂ ਨੂੰ ਕਿੱਥੇ ਈਜ਼ੀ ਹੋਏਗੀ ਜਾਂ ਫਿਰ ਇਹਨਾਂ ਦੇ ਪੀਆਰ ਤੱਕ ਕਿੱਦਾਂ ਪਹੁੰਚਿਆ ਜਾ ਸਕਦਾ, ਕੀ ਚੀਜ਼ਾਂ ਹੈਗੀਆਂ ਨੇ ਅਸੀਂ ਹੁਣੀ ਤੋਂ ਫੋਕਸ ਕਰੀਏ ਤਾਂ ਕਿ ਬੱਚਿਆਂ ਨੂੰ ਸਾਡੇ ਉੱਥੇ ਕਿ ਪ੍ਰੋਬਲਮ ਨਾ ਆਏ। ਕਿਉਂਕਿ ਇੱਕ ਬੱਚਾ ਜਿਹੜਾ 18 ਸਾਲ ਦੀ ਏਜ ਆ, ਉਹਨੇ ਇੰਡੀਆ 'ਚ ਦੇਖੋ ਹਰ ਚੀਜ਼ ਆਪਣੇ ਪੇਰੈਂਟਸ ਤੋਂ ਪੁੱਛ ਕੇ ਕਰਨੀ ਆ। ਇੱਥੇ ਆ ਕੇ ਬੱਚਾ ਇੰਡੀਪੈਂਡੈਂਟ ਹੈ, ਉਹ ਜਦ ਆਪਣੇ ਪੇਰੈਂਟਸ ਨੂੰ ਪੁੱਛੇਗਾ ਵੀ ਆਈ ਥਿੰਕ ਉਹਨਾਂ ਨੂੰ ਵੀ ਇਨ ਆਈਡੀਆ ਨਹੀਂ ਹੋਏਗਾ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਉਸ ਕੰਟਰੀ 'ਚੋਂ ਤੁਸੀਂ ਡਿਸਾਈਡ ਕਰੋ ਕਿ ਕਿੱਦਾਂ ਕਰਨਾ। ਬੱਚੇ ਕਈ ਵਾਰ ਆਪਣੀ ਐਜੂਕੇਸ਼ਨ ਕੰਪਲੀਟ ਨਹੀਂ ਕਰ ਪਾਉਂਦੇ ਉਸ ਡਿਪਰੈਸ਼ਨ 'ਚ ਆ ਕੇ। ਕਈ ਵਾਰ ਕੀ ਹੁੰਦਾ ਹੈ ਕਿ ਸਟੱਡੀਜ਼ ਛੱਡ ਦਿੰਦੇ ਨੇ, ਵਾਪਸ ਜਾਣਾ ਚਾਹੁੰਦੇ ਨੇ। ਸੋ ਜੇ ਤਾਂ ਬੱਚਿਆਂ ਨੂੰ ਗਾਈਡੈਂਸ ਹੀ ਕਰੈਕਟ ਨਹੀਂ ਮਿਲਦੀ ਹੈਗੀ ਤਾਂ ਡੈਫੀਨੇਟਲੀ ਉਹ ਕਿਤੇ ਨਾ ਕਿਤੇ ਪ੍ਰੋਬਲਮ ਫੇਸ ਕਰ ਰਹੇ ਨੇ। ਹੁਣ ਅੱਗੇ ਕੀ ਹੁੰਦਾ ਸੀ ਤਰਨ, ਬੱਚੇ ਕਈ ਵਾਰ ਵਿੱਚ ਸਟੱਡੀਜ਼ ਛੱਡ ਦਿੰਦੇ ਸੀਗੇ, ਉਸ ਤੋਂ ਬਾਅਦ ਉਹਨਾਂ ਨੂੰ ਐਕਸਟੈਂਸ਼ਨਸ ਈਜ਼ੀਲੀ ਮਿਲ ਜਾਂਦੀਆਂ ਸੀ। 4-4 5-5 ਸਾਲ ਇਦਾਂ ਹੁੰਦਾ ਰਹਿੰਦਾ ਸੀ, ਐਕਸਟੈਂਸ਼ਨ ਮਿਲੀ ਜਾਂਦੀਆਂ ਸੀ। ਅੱਜ ਦੀ ਡੇਟ ਦੇ ਵਿੱਚ ਅਗਰ ਤੁਸੀਂ ਇੱਕ ਤਾਂ ਹੁੰਦਾ ਅਫੀਸ਼ੀਅਲ ਡ੍ਰੌਪ, ਅਗਰ ਅਫੀਸ਼ੀਅਲ ਡ੍ਰੌਪ ਹੈਗਾ ਦੈਟਸ ਓਕੇ, ਤੁਹਾਨੂੰ ਕਾਲਜ ਖੁਦ ਕਹਿੰਦਾ ਤੁਹਾਡਾ ਅਫੀਸ਼ੀਅਲ ਡ੍ਰੌਪ ਹੈਗਾ, ਤੁਸੀਂ ਕੰਮ ਵੀ ਕਰ ਸਕਦੇ ਹੋ ਟਾਈਮ ਪੀਰੀਅਡ 'ਚ। ਬਟ ਇਫ ਡਿਊ ਟੂ ਐਨੀ ਰੀਜ਼ਨ ਤੁਸੀਂ ਡ੍ਰੌਪ ਲੈ ਰਹੇ ਹੋ, ਠੀਕ ਹੈ ਨਾ, ਐਂਡ ਤੁਹਾਡੇ ਕੋਲ ਉਸ ਚੀਜ਼ ਦਾ ਪ੍ਰੂਫ ਨਹੀਂ ਹੈਗਾ ਕਿ ਤੁਸੀਂ ਉਹ ਡ੍ਰੌਪ ਲਿਆ ਕਿਉਂ। ਇੱਕ ਤਾਂ ਰੀਜ਼ਨ ਹੋ ਸਕਦਾ ਚਲੋ ਤੁਹਾਡਾ ਮੈਡੀਕਲ ਰੀਜ਼ਨ ਹੈਗਾ, ਕੁਝ ਫਾਈਨੈਂਸਿਸ ਨਹੀਂ ਤੁਸੀਂ ਕਰ ਪਾਏ, ਬਟ ਦੈਨ ਯੂ ਹੈਵ ਟੂ ਪ੍ਰੂਵ ਇਟ ਕਿ ਕੀ ਰੀਜ਼ਨ ਹੈਗਾ। ਤੇ ਅਗਰ ਉਹ ਚੀਜ਼ ਨੂੰ ਤੁਸੀਂ ਨਹੀਂ ਪ੍ਰੋਪਰ ਡਾਕੂਮੈਂਟਸ ਦੇ ਨਾਲ ਪ੍ਰੂਵ ਕਰ ਪਾਉਂਦੇ ਤਾਂ ਅੱਜ ਦੀ ਡੇਟ ਸਟੱਡੀ ਪਰਮਿਟ ਐਕਸਟੈਂਸ਼ਨਸ ਵੀ ਨਹੀਂ ਹੋ ਰਹੀਆਂ ਹੈਗੀਆਂ। ਸੋ ਸਟੂਡੈਂਟਸ ਨੂੰ ਇਹ ਚੀਜ਼ ਅਸੀਂ ਹਮੇਸ਼ਾ ਸਮਝਾਈ ਦੀ ਹੈ ਜਦੋਂ ਸਾਡੇ ਕੋਲ ਆਉਂਦੇ ਨੇ ਗਾਈਡੈਂਸ ਲੈਣ ਦੇ ਲਈ ਕਿ ਪਲੀਜ਼ ਆਪਣਾ ਗੈਪ ਨਾ ਵਿੱਚ ਪੈਣ ਦਿਓ। ਕੱਲ ਨੂੰ ਅਗਰ ਤੁਸੀਂ ਆਪਣਾ ਗੈਪ ਵਿੱਚ ਪਾ ਦਿੰਦੇ ਹੋ ਤਾਂ ਤੁਹਾਡੀ ਸਟੱਡੀ ਪਰਮਿਟ ਐਕਸਟੈਂਸ਼ਨ ਡੈਫੀਨੇਟਲੀ ਮੁਸ਼ਕਿਲ ਹੋ ਰਹੀ ਆ। ਇਦਾਂ ਦੇ ਕੇਸਿਸ 'ਚ ਅਸੀਂ ਦੇਖਿਆ ਹੈ ਕਿ ਫੇਅਰਨੈਸ ਲੈਟਰ ਇਸ਼ੂ ਕਰਦੇ ਨੇ ਜਿਹਦੇ ਵਿੱਚ ਉਹਨਾਂ ਦੀਆਂ ਟ੍ਰਾਂਸਕ੍ਰਿਪਟਸ, ਉਹਨਾਂ ਦੇ ਮਾਰਕ ਸ਼ੀਟਸ, ਉਹਨਾਂ ਦੇ ਕਾਲਜ ਤੋਂ ਲੈਟਰਸ ਮੰਗੀਆਂ ਜਾਂਦੀਆਂ ਨੇ ਕਿ ਤੁਸੀਂ ਅਗਰ ਆਪਣੀ ਸਟੱਡੀ ਨਹੀਂ ਟਾਈਮ ਪੀਰੀਅਡ 'ਚ ਕੰਪਲੀਟ ਕੀਤੀ, ਇਹਦਾ ਰੀਜ਼ਨ ਕੀ ਹੈਗਾ। ਉਹ ਜਸਟ ਆਪਾਂ ਕਹੀਏ ਐਕਸਪਲੇਨੇਸ਼ਨ ਬੇਸਿਸ ਦੇ ਉੱਪਰ ਐਕਸਟੈਂਸ਼ਨਸ ਨਹੀਂ ਮਿਲ ਰਹੀਆਂ। ਐਂਡ ਟਾਈਮ ਵੀ ਅਗਰ ਦੇਖਿਆ ਜਾਏ ਨਾ, ਉਹਨਾਂ ਨੂੰ ਜਸਟ 7 ਡੇਜ਼ ਦਾ ਟਾਈਮ ਦਿੱਤਾ ਜਾਂਦਾ, ਜੋ ਕਿ ਕਿਸੇ ਬੱਚੇ ਦੇ ਲਈ ਕੁਝ ਵੀ ਅਰੇਂਜ ਕਰਨਾ ਕਈ ਵਾਰ ਮੁਸ਼ਕਿਲ ਹੁੰਦਾ ਹੈ। ਸੋ ਜਦੋਂ ਤੁਸੀਂ ਕੈਨੇਡਾ ਆਉਂਦੇ ਹੋ, ਮੇਕ ਸ਼ੋਰ ਕਿ ਤੁਹਾਡਾ ਜਿਹੜਾ ਮੇਨ ਗੋਲ ਹੈਗਾ ਕਿ ਅਸੀਂ ਸਟੱਡੀ ਕਰਨੀ ਆ, ਉਹਨੂੰ ਤੁਸੀਂ ਕੰਪਲੀਟ ਕਰਕੇ ਹੀ ਅੱਗੇ ਪਰਮਾਨੈਂਟ ਰੈਜ਼ੀਡੈਂਸੀ ਜਾਂ ਵਰਕ ਪਰਮਿਟ ਵੱਲ ਤੁਸੀਂ ਚੱਲੋ। ਜਦੋਂ ਉਹ ਆਪਣੀ ਉਸ ਫੇਅਰਨੈਸ ਲੈਟਰ ਦਾ ਪ੍ਰੋਪਰ ਆਨਸਰ ਨਹੀਂ ਨਾ ਕਰ ਪਾਉਂਦੇ ਤਰਨ, ਵੀ ਹੈਵ ਸੀਨ ਕੇਸਿਸ ਜਿੱਥੇ ਉਹਨਾਂ ਨੂੰ ਵੋਲੰਟਰੀ ਡਿਪਾਰਚਰ ਇਸ਼ੂ ਹੁੰਦਾ ਹੈ, ਰਾਈਟ। ਸੋ ਇਹ ਚੀਜ਼ਾਂ ਪਹਿਲਾਂ ਨਹੀਂ ਸੀ ਹੋ ਰਹੀਆਂ। ਸੋ ਇਹ ਚੀਜ਼ਾਂ ਹੋ ਰਹੀਆਂ ਨੇ ਅੱਜ ਦੀ ਡੇਟ ਦੇ ਵਿੱਚ। ਤਾਂ ਇਸ ਕਰਕੇ ਅਗਰ ਤੁਹਾਨੂੰ ਡਿਊ ਟੂ ਐਨੀ ਰੀਜ਼ਨ ਅਗਰ ਤੁਹਾਨੂੰ ਡ੍ਰੌਪ ਲੈਣਾ ਪੈ ਰਿਹਾ, ਦੈਨ ਮੇਕ ਸ਼ੋਰ ਉਹ ਪ੍ਰੋਪਰ ਉਹਦੇ ਜੈਨੂਇਨ ਰੀਜ਼ਨਸ ਹੋਣ, ਮੈਡੀਕਲ ਰੀਜ਼ਨਸ ਔਰ ਫਾਈਨੈਂਸ਼ੀਅਲ ਰੀਜ਼ਨਸ, ਉਹ ਪ੍ਰੋਪਰ ਡਾਕੂਮੈਂਟਸ ਹੋਣ ਤੁਹਾਡੇ ਕੋਲ, ਤਾਂ ਹੀ ਇਹ ਚੀਜ਼ ਕਰੋ। ਅਦਰਵਾਈਜ਼ ਅੱਜ ਦੀ ਡੇਟ ਦੇ ਵਿੱਚ ਅਗਰ ਤੁਸੀਂ ਪ੍ਰੋਪਰ ਕੰਟੀਨਿਊ ਸਟੱਡੀ ਨਹੀਂ ਕਰ ਰਹੇ ਹੈਗੇ, ਦੈਨ ਤੁਹਾਡੇ ਅੱਗੇ ਵਰਕ ਪਰਮਿਟ ਐਂਡ ਪੀਆਰ ਬਹੁਤ ਦੂਰ ਦੀ ਗੱਲ ਹੈ। ਤੁਸੀਂ ਜਿਵੇਂ ਇਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ ਇੱਥੇ ਆ ਕਿ ਜਿਹੜੇ ਸਟੂਡੈਂਟਸ ਨੂੰ ਵੀ ਪ੍ਰੋਬਲਮਸ ਹੁੰਦੀਆਂ ਨੇ ਉਹਦੇ ਬਾਰੇ ਦੱਸਿਆ। ਅੱਜ ਕੱਲ੍ਹ ਅਸੀਂ ਸੁਣ ਰਹੇ ਹਾਂ ਕਿ ਕਾਫੀ ਜ਼ਿਆਦਾ ਇਨਕੁਆਇਰੀਜ਼ ਆ ਰਹੀਆਂ ਨੇ, ਪੇਰੋਲਸ ਤੇ ਜਿਨ੍ਹਾਂ ਨੇ ਦਿਖਾਈਆਂ ਜਾ ਰਹੀਆਂ ਸੀ ਉਹਨਾਂ ਨੂੰ ਕਾਫੀ ਜ਼ਿਆਦਾ ਲੈਟਰਸ ਆ ਰਹੇ ਆ, ਉਹਨਾਂ ਦੀਆਂ ਇਨਕੁਆਇਰੀਜ਼ ਚੱਲ ਰਹੀਆਂ ਨੇ। ਐਕਸਟੈਂਸ਼ਨ ਜਿਨ੍ਹਾਂ ਨੇ ਪਾਈ ਹੋਈ ਸੀ ਉਹਨਾਂ ਤੋਂ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੂੰ ਜਿਹੜੀ ਆ ਇਸ ਵਕਤ ਫੇਅਰਨੈਸ ਜਿਹੜੀ ਆ ਟ੍ਰਾਇਲ ਉਹਨਾਂ ਨੂੰ ਉੱਥੇ ਤੱਕ ਅੱਗੇ ਲੰਘਣਾ ਪੈਣਾ ਆ। ਸੋ ਇਹਦੇ ਵਿੱਚ ਮਤਲਬ ਕਿ ਇਮੀਗ੍ਰੇਸ਼ਨ ਇਸ ਵਕਤ ਕੀ ਸਖਤੀ ਕਰ ਰਿਹਾ ਵਾ, ਇਹਦਾ ਰੀਜ਼ਨ ਕੀ ਤੁਹਾਨੂੰ ਲੱਗ ਰਿਹਾ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੈਂਟਸ ਨੂੰ ਥੋੜਾ ਜਿਹਾ ਸਾਵਧਾਨ ਹੋ ਜਾਣਾ ਚਾਹੀਦਾ ਜਿਹੜੇ ਇੱਧਰ ਉੱਧਰੋਂ ਸਲਾਹ ਲੈ ਕੇ ਕਈ ਵਾਰੀ ਆਪਣਾ ਫਿਊਚਰ ਖਰਾਬ ਕਰ ਲੈਂਦੇ ਆ। ਬਿਲਕੁਲ ਤਾਂ ਜਿੱਦਾਂ ਤੁਸੀਂ ਕਿਹਾ, ਇੱਕ ਕੇਸ ਇਦਾਂ ਹੀ ਰੀਸੈਂਟਲੀ ਹੋਇਆ, ਉਹਨਾਂ ਦੀ ਸਟੱਡੀ ਪਰਮਿਟ ਐਕਸਟੈਂਸ਼ਨ ਲਾਸਟ ਈਅਰ ਲੱਗੀ, ਸੋ ਇਟਸ ਬੀਨ ਅ ਈਅਰ। ਸਟੱਡੀ ਪਰਮਿਟ ਐਕਸਟੈਂਸ਼ਨ ਅਪਰੂਵ ਵੀ ਹੋਈ ਔਨ ਦਾ ਬੇਸਿਸ ਕਿ ਬੱਚੇ ਨੇ ਅੱਗੇ ਪੜ੍ਹਨਾ। 1 ਸਾਲ ਤੋਂ ਬਾਅਦ ਉਹਨਾਂ ਨੂੰ ਫੇਅਰਨੈਸ ਲੈਟਰ ਇਸ਼ੂ ਕੀਤੀ ਗਈ ਕਿ ਜਿਹੜੀ ਤੁਸੀਂ ਸਾਨੂੰ ਰੀਜ਼ਨਸ ਦਿੱਤੇ ਸੀਗੇ ਕਿ ਅਸੀਂ ਆਹ ਕਾਲ ਦੇ ਵਿੱਚ ਪੜ੍ਹਾਈ ਕਰਨੀ ਹੈ, ਸਾਨੂੰ ਟ੍ਰਾਂਸਕ੍ਰਿਪਟਸ ਪ੍ਰੋਵਾਈਡ ਕਰੋ ਕਿ ਤੁਸੀਂ ਉੱਥੇ ਪੜ੍ਹ ਰਹੇ ਹੋ। ਸੋ ਉਹਨਾਂ ਨੂੰ ਥੋੜਾ ਟਾਈਮ ਪੀਰੀਅਡ ਦਿੱਤਾ ਗਿਆ। ਸੋ ਬੇਸਿਕਲੀ ਇਹ ਹੈਗਾ ਕਿ ਇਹ ਨਹੀਂ ਹੈਗਾ ਕਿ ਅਗਰ ਤੁਹਾਡੀ ਕੋਈ ਵੀ ਐਪਲੀਕੇਸ਼ਨ ਅਪਰੂਵ ਹੋ ਗਿਆ ਤਾਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਅੱਜ ਦੀ ਡੇਟਸ ਫੋਲੋ ਅਪ ਨਹੀਂ ਕਰ ਰਹੇ ਹੈਗੇ। ਸੋ ਦੇ ਆਰ ਪ੍ਰੀਟੀ ਸਟ੍ਰਿਕਟ ਵਿਦ ਇਟ, ਤੇ ਸਪੈਸ਼ਲੀ ਅਗਰ ਸਟੂਡੈਂਟ ਦੇ ਕੇਸਿਸ ਆਉਂਦੇ ਨੇ। ਸੋ ਜੋ ਵੀ ਤੁਸੀਂ ਅੱਗੇ ਆਪਣੀ ਸਟੱਡੀਜ਼ ਲੈ ਰਹੇ ਹੋ ਜਾਂ ਇਨ ਕੇਸ ਤੁਹਾਨੂੰ ਆਪਣਾ ਪ੍ਰੋਗਰਾਮ ਚੇਂਜ ਕਰਨਾ ਪੈ ਰਿਹਾ, ਸੋ ਜਸਟ ਮੇਕ ਸ਼ੋਰ ਕਿ ਤੁਸੀਂ ਇਮੀਗ੍ਰੇਸ਼ਨ ਨੂੰ ਅਪਡੇਟ ਕਰੋ ਉਸ ਚੀਜ਼ ਦੇ ਰਿਲੇਟਡ। ਗੱਲ ਕਰਾਂਗੇ, ਸਾਡੇ ਨਾਲ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮਿਸਿਸ ਸਾਗਾ ਤੋਂ ਬੋਲ ਰਿਹਾ। ਮੇਰਾ ਕੁਐਸਚਨ ਹੈ ਵੀ ਜਿੱਦਾਂ ਹੁਣ ਅੱਜਕੱਲ ਦੇਖਣ ਚ ਆਇਆ ਕਾਫੀ ਕੰਸਲਟੈਂਟ ਸੀ ਫੇਕ ਪੇਰੋਲ ਦੇ ਰਿਗਾਰਡਿੰਗ ਐਡਵਾਈਸ ਵਗੈਰਾ ਦੇ ਰਹੇ ਆ ਸਟੂਡੈਂਟਸ ਨੂੰ, ਔਰ ਸਟੂਡੈਂਟਸ ਵੀ ਚੀਜ਼ਾਂ ਚ ਇਨਵੋਲਵ ਹੋ ਰਹੇ ਤੇ ਕੰਸਲਟੈਂਟ ਆਪਾਂ ਕਿੱਥੇ ਕੰਪਲੇਂਟ ਕਰ ਸਕਦੇ ਹਾਂ? ਜੀ ਵਿੱਚ ਇਦਾਂ ਦੇ ਕਾਫੀ ਕੰਸਲਟੈਂਟਸ ਹੈਗੇ ਆ। ਕਿਵੇਂ ਤੁਸੀਂ ਮੈਨੂੰ ਸਵਾਲ ਨਹੀਂ ਸਮਝ ਆਇਆ, ਤੁਸੀਂ ਪੁੱਛਣਾ ਕੀ ਚਾਹ ਰਹੇ ਹੋ?
ਜਿੱਦਾਂ ਕਾਫੀ ਕੰਸਲਟੈਂਟਸ ਹੈਗੇ GTA ਦੇ ਵਿੱਚ ਜਿਹੜੇ ਸਟੂਡੈਂਟਸ ਨੂੰ ਗਾਈਡ ਕਰ ਰਹੇ ਆ ਫੇਕ ਪੇਰੋਲ ਕਰਕੇ PNP ਲਈ ਐਲੀਜੀਬਲ ਹੋਣ ਦੇ ਲਈ। ਓਕੇ, ਤੇ ਇਦਾਂ ਦੇ ਕੰਸਲਟੈਂਟਸ ਆਪਾਂ ਕਿੱਦਾਂ ਕੰਪਲੇਂਟ ਕਰ ਸਕਦੇ ਆ, ਕਿੱਥੇ ਠੀਕ ਹੈ ਕੰਪਲੇਂਟ ਜੀ, ਕਰ ਸਕਦੇ ਆ? ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਹੈ। ਸਾਨੂੰ ਕੁਝ ਦਰਸ਼ਕ ਇੱਥੇ ਵੀ ਪੁੱਛ ਰਹੇ ਨੇ ਕਿ ਜਿਵੇਂ ਕੈਨੇਡਾ ਨੇ H1B ਵੀਜ਼ਾ ਹੋਲਡਰਸ ਲਈ ਕੁਝ ਓਪਰਚੁਨਿਟੀਜ਼ ਓਪਨ ਕੀਤੀਆਂ ਸੀ, ਵੀ ਉਹ ਕਿਹੜਾ ਪ੍ਰੋਗਰਾਮ ਹੈਗਾ ਤਾਂ ਕਿੱਦਾਂ ਉਹਦੇ ਲਈ ਅਸੀਂ ਜਿਹੜਾ ਅਪਲਾਈ ਕਰ ਸਕਦੇ ਹਾਂ, ਵੀ H1B ਵੀਜ਼ਾ ਧਾਰਕਾਂ ਲਈ ਕੈਨੇਡਾ ਵਿੱਚ ਕੀ ਓਪਰਚੁਨਿਟੀਜ਼ ਹੈਗੀਆਂ ਨੇ? ਸੋ ਐਕਚੁਅਲੀ ਜਿਹੜਾ H1B ਵੀਜ਼ਾ ਹੈਗਾ ਉਹਦੀ 10,000 ਐਪਲੀਕੇਸ਼ਨਸ ਲਈਆਂ ਜਾਣੀਆਂ ਸੀ ਜੋ ਕਿ ਆਲਰੇਡੀ ਕਲੋਜ਼ ਹੋ ਚੁੱਕੀਆਂ ਨੇ, ਤਾਂ ਰਾਈਟ ਨੂੰ ਇਦਾਂ ਦਾ ਨਹੀਂ ਪ੍ਰੋਗਰਾਮ ਹੈਗਾ। ਬਟ ਤੁਸੀਂ ਐਕਸਪ੍ਰੈਸ ਐਂਟਰੀ ਦੇ ਅੰਡਰ ਅਗਰ ਐਲੀਜੀਬਲ ਹੈਗੇ ਹੋ ਤਾਂ ਆਪਣੀ ਪ੍ਰੋਫਾਈਲ ਉੱਥੇ ਕ੍ਰੀਏਟ ਕਰ ਸਕਦੇ ਹੋ। ਰੈਸਟ ਡਿਪੈਂਡ ਕਰੇਗਾ ਉਹਨਾਂ ਦਾ ਕੇਸ ਕਿਸ ਤਰ੍ਹਾਂ ਦਾ ਹੈਗਾ ਆ। ਐਂਡ ਸੈਕਿੰਡ ਜੋ ਆਪਣੇ ਕਾਲਰ ਕਹਿ ਰਹੇ ਨੇ ਕਿ ਕੰਪਲੇਂਟ ਕਰਨ ਦੇ, ਹਾਂਜੀ ਡੈਫੀਨਿਟਲੀ ਤੁਸੀਂ ਉਹ ਕੰਪਲੇਂਟ ਕਰ ਸਕਦੇ ਹੋ। ਸੋ CICC ਜਿਹੜੀ ਬਾਡੀ ਹੈਗੀ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਅਗਰ ਤੁਹਾਨੂੰ ਕਿਸੇ ਕੰਸਲਟੈਂਟ ਦੇ ਅਗੇਂਸਟ ਕੋਈ ਵੀ ਇਸ਼ੂਜ਼ ਹੈਗੇ ਨੇ, ਬਿਕੋਜ਼ ਵੀ ਆਲ ਆਰ ਰੈਗੂਲੇਟਿਡ ਕੰਸਲਟੈਂਟਸ ਓਵਰ ਹੇਅਰ, ਤਾਂ ਸਾਡੀ ਬਾਡੀ ਹੈਗੀ ਸੋ ਵੀ ਆਰ ਆਨਸਰੇਬਲ ਟੂ them, ਵੀ ਆਰ ਅਕਾਊਂਟੇਬਲ ਟੂ them, ਤਾਂ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ। ਬਿਲਕੁਲ। ਸੋ ਆਪਾਂ ਵਾਪਸ ਆਪਣੇ ਟੌਪਿਕ ਦੇ ਉੱਤੇ ਆਈਏ ਤੇ ਕੈਪ ਦੀ ਵੀ ਗੱਲ ਬਹੁਤ ਜ਼ਿਆਦਾ ਹੋ ਰਹੀ ਹੈ ਕਿ ਇਸ ਵਕਤ ਟੈਂਪਰੇਰੀ ਤੌਰ ਦੇ ਉੱਤੇ ਵੀ ਜੇ ਅਸੀਂ ਗੱਲ ਕਰੀਏ ਤਾਂ ਕੁੱਲ ਮਿਲਾ ਕੇ ਕਿਹਾ ਜਾ ਰਿਹਾ ਸੀ ਸ਼ਾਇਦ 9 ਲੱਖ ਸਟੂਡੈਂਟਸ ਇਸ ਵਾਰੀ ਜਿਹੜੇ ਆ ਰਹੇ ਨੇ ਟੋਟਲ, ਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਟੈਂਪਰੇਰੀ ਰੈਜ਼ੀਡੈਂਟਸ ਜਿਹੜੇ ਇੱਥੇ ਰਹਿੰਦੇ ਨੇ ਉਹ ਵੱਖਰੀ ਨੇ, ਜਿਹੜੇ ਕਿ ਕਾਊਂਟ ਨਹੀਂ ਕੀਤੇ ਜਾਂਦੇ ਹੈਗੇ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹੁਣ ਸੁਣਨ ਚਾਹ ਰਿਹਾ ਕਿ ਸਟੂਡੈਂਟਸ ਦੀ ਗਿਣਤੀ ਉੱਤੇ ਕੈਪ ਵੀ ਲਗਾਇਆ ਜਾ ਸਕਦਾ ਇਨ ਫਿਊਚਰ? ਹਾਂਜੀ, ਐਕਚੁਅਲੀ ਜਿਹੜੇ ਆਪਾਂ 9 ਲੱਖ ਸਟੂਡੈਂਟਸ ਦੀ ਗੱਲ ਕਰ ਰਹੇ ਹਾਂ, ਅਗਰ ਦੇਖਿਆ ਜਾਏ USA ਤੋਂ ਬਾਅਦ ਅੱਜ ਦੀ ਡੇਟ 'ਚ ਸੈਕਿੰਡ ਨੰਬਰ ਕੈਨੇਡਾ ਦਾ ਆ ਗਿਆ, ਕਿਉਂਕਿ USA ਨੰਬਰ 1 ਡੈਸਟੀਨੇਸ਼ਨ ਹੈਗੀ ਜਿੱਥੇ ਸਾਰੇ ਬੱਚੇ ਜਾਣਾ ਚਾਹੁੰਦੇ ਨੇ। ਸੋ ਅਪਰੋਕਸੀਮੇਟਲੀ 9.5 ਲੱਖ ਬੱਚਾ ਜਿਹੜਾ ਹੈਗਾ USA ਗਿਆ 21-22 ਦੇ ਵਿੱਚ। ਸੋ ਨੈਕਸਟ ਇਜ਼ ਕੈਨੇਡਾ। 9 ਲੱਖ ਸਟੂਡੈਂਟਸ ਨੂੰ ਇੱਥੇ ਬੁਲਾਉਣਾ, ਦੇयर इज ਨਥਿੰਗ ਰੋਂਗ ਇਨ ਦੈਟ ਅੰਟਿਲ ਐਂਡ ਅਨਲੈਸ ਜਿਹੜੀ ਆਪਣੀ ਸਿਸਟਮ ਦੀ ਇੰਟੈਗ੍ਰਿਟੀ ਹੈਗੀ ਉਹ ਮੇਨਟੇਨ ਰਹਿੰਦੀ ਹੈ। ਡੈਫੀਨਿਟਲੀ ਇੱਥੇ ਇੱਕ ਚੀਜ਼ ਹੈਗੀ ਹੈ ਕਿ ਪਿੱਛੇ ਜਿਹੇ ਇੱਕ ਸਟੱਡੀ ਆਈ ਸੀਗੀ ਕਿ ਜਿਹੜਾ ਨੰਬਰ ਕਾਊਂਟ ਕੀਤਾ ਜਾ ਰਿਹਾ ਹੈ ਕਿ ਇੱਥੇ ਕੈਨੇਡਾ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਰਹਿ ਰਹੇ ਨੇ, ਜਿਨ੍ਹਾਂ ਨੂੰ ਨਾਨ ਪਰਮਨੈਂਟ ਰੈਜ਼ੀਡੈਂਟਸ ਕਰਕੇ ਉਹਨਾਂ ਨੇ ਐਡਰੈਸ ਕੀਤਾ। ਸੋ 1 ਮਿਲੀਅਨ ਦੀ ਕਾਊਂਟ ਦੇ ਨਾਲ ਘੱਟ ਸ਼ੋ ਹੋ ਰਿਹਾ ਆ। ਸੋ ਕਿਹਾ ਜਾ ਰਿਹਾ ਹੈ ਕਿ ਲਾਈਕ ਇਹ ਪ੍ਰੋਪਰ ਕਾਊਂਟਿੰਗ ਨਹੀਂ ਦਿਖ ਰਹੀ ਹੈਗੀ ਜੋ ਕਿ ਐਗਜ਼ੈਕਟ ਇੱਥੇ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਹੋਲਡਰਸ ਰਹਿ ਰਹੇ ਨੇ ਉਹਨਾਂ ਦੀ। ਤਾਂ ਉਹਦੇ ਲਈ ਜਿਹੜੇ ਕੈਨੇਡਾ ਦਾ ਸਟੈਟਿਕਸ ਹੈਗਾ ਉਹਨਾਂ ਨੇ ਕਿਹਾ ਕਿ ਅਸੀਂ ਨੈਕਸਟ ਮੰਥ ਪ੍ਰੋਪਰਲੀ ਇੱਕ ਪ੍ਰੋਗਰਾਮ ਲਾਈਕ ਰਿਵਾਈਜ਼ ਕਰਾਂਗੇ ਜਿਹਦੇ ਵਿੱਚ ਜਿਹੜੀ ਕੋਈ ਵੀ ਅਗਰ ਇਦਾਂ ਦੀ ਚੀਜ਼ ਹੈਗੀ ਕਿ ਅਸੀਂ ਨਹੀਂ ਕਾਊਂਟ ਕਰ ਪਾ ਰਹੇ ਹੈਗੇ ਜਿਨ੍ਹਾਂ ਦੇ ਕੋਲ ਪ੍ਰੋਪਰ ਵੀਜ਼ਾ ਨਹੀਂ ਹੈਗਾ, ਸੋ ਮੇਕ ਸ਼ੋਰ ਕਿ ਅਸੀਂ ਉਹਨਾਂ ਨੂੰ ਟਰੈਕ ਕਰੀਏ ਐਂਡ ਇੱਕ ਪ੍ਰੋਪਰ ਜਿਹੜਾ ਨੰਬਰ ਹੈਗਾ ਸਾਹਮਣੇ ਆਵੇ ਕਿ ਕਿੰਨੇ ਇੱਥੇ ਇਸ ਟਾਈਮ ਪਰਮਨੈਂਟ ਰੈਜ਼ੀਡੈਂਟਸ ਜਾਂ ਫਿਰ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਹੋਲਡਰਸ ਰਹਿ ਰਹੇ ਨੇ। ਜਿਹੜਾ 1 ਮਿਲੀਅਨ ਦਾ ਨੰਬਰ ਦੱਸ ਰਹੇ ਨੇ, ਇਹਦੇ ਵਿੱਚ 7.5 ਲੱਖ ਬੰਦਾ ਉਹ ਹੈਗਾ ਜਿਹੜੇ ਇੱਥੇ ਜਾਂ ਤਾਂ ਓਵਰਸਟੇ ਕਰ ਚੁੱਕੇ ਨੇ, ਉਹਨਾਂ ਦਾ ਸਟੇਟਸ ਐਕਸਪਾਇਰਡ ਹੋ ਚੁੱਕੇ ਨੇ ਐਂਡ ਉਹਨਾਂ ਨੇ ਕੋਈ ਸਟੈਪ ਨਹੀਂ ਲਿਆ ਅੱਗੇ ਆਪਣਾ ਸਟੇਟਸ ਨੂੰ ਮੇਨਟੇਨ ਕਰਨ ਦੇ ਲਈ। ਤੇ ਇਸੇ ਤਰ੍ਹਾਂ ਅਪਰੋਕਸੀਮੇਟਲੀ 2.5 ਲੱਖ ਬੱਚੇ ਹੈਗੇ ਨੇ ਜਿਹੜੇ ਆਪਣਾ ਸਟੇਟਸ ਨਹੀਂ ਮੇਨਟੇਨ ਕਰ ਪਾ ਰਹੇ ਹੈਗੇ। ਸੋ ਹੈ ਕਿ ਇੱਥੇ ਉਹ ਚੀਜ਼ਾਂ ਨੂੰ ਟਰੈਕ ਕਰਨ ਦਾ ਸਿਸਟਮ ਨਹੀਂ ਹੈਗਾ। ਸੋ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਤੁਹਾਡੀ ਐਕਸਟੈਂਸ਼ਨ ਪਾਈ ਹੈ, ਤੁਹਾਡੀ ਐਕਸਟੈਂਸ਼ਨ ਅਗਰ ਨਹੀਂ ਅਪਰੂਵ ਹੋਈ ਹੈਗੀ, ਲੌਜੀਕਲੀ ਬੰਦੇ ਨੂੰ ਵਾਪਸ ਜਾਣਾ ਚਾਹੀਦਾ ਹੈ। ਠੀਕ ਹੈ, ਦੇ ਗਿਵ ਟਾਈਮ ਪੀਰੀਅਡ ਵਿਦਿਨ 30 ਡੇਜ਼ ਟਾਈਮ ਪੀਰੀਅਡ ਤੁਸੀਂ ਕੈਨੇਡਾ ਛੱਡ ਕੇ ਵਾਪਸ ਚਲੇ ਜਾਓ, ਬਟ ਹਰ ਇਨਸਾਨ ਉਹ ਚੀਜ਼ ਨਹੀਂ ਕਰ ਰਿਹਾ ਹੈ। ਸੋ ਜਿਹਦੇ ਕਰਕੇ ਉਹ ਇੱਥੇ ਰਹਿੰਦੇ ਨੇ ਐਂਡ ਉਹਨਾਂ ਨੂੰ ਲਾਈਕ ਉਹ ਕਾਊਂਟ 'ਚ ਨਹੀਂ ਆ ਰਹੇ ਹੈਗੇ। ਠੀਕ ਹੈ ਨਾ, ਕਿਉਂਕਿ ਸਿਸਟਮ ਟਰੈਕ ਨਹੀਂ ਹੋ ਰਿਹਾ। ਡੈਫੀਨਿਟਲੀ ਉਸ ਚੀਜ਼ ਨੂੰ ਟਰੈਕ ਕਰਨ ਦੇ ਲਈ ਵੀ ਦੇ ਆਰ ਮੇਕਿੰਗ ਅ ਪ੍ਰੋਸੈਸ ਕਿ ਕਿਸ ਤਰ੍ਹਾਂ ਇਹ ਚੀਜ਼ ਕਰਨੀ ਹੈਗੀ ਆ। ਓਕੇ, ਸੋ ਮਤਲਬ ਹੁਣ ਸਖਤੀ ਹੋ ਰਹੀ ਹੈ ਸਭ ਪਾਸੇ, ਸੋ ਇਸ ਚੀਜ਼ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਜਿਹੜੇ ਖਾਸ ਤੌਰ ਤੇ ਹੁਣ ਇੱਥੇ ਪਹੁੰਚੇ ਹੋਏ ਨੇ, PR ਦੀ ਗੱਲ ਕਰਦੇ ਹਾਂ ਕਿ ਇਸ ਵਕਤ ਨੰਬਰ ਚੱਲ ਰਿਹਾ ਵਾ, ਕਿੱਦਾਂ ਕਰ ਰਿਹਾ? ਅਸੀਂ ਅਕਸਰ ਕਹਿੰਦੇ ਹਾਂ ਕਿ ਵੀ ਬੱਚੇ ਕੁਝ ਸਿੱਖ ਕੇ ਆਉਣ, ਜਾਂ ਇਸ ਵਕਤ ਟ੍ਰੇਡ ਜਾਂ ਫਿਰ STEM ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ। ਸੋ ਕਿਹੜੇ ਦੇ ਵਿੱਚ ਜ਼ਿਆਦਾ ਬੈਟਰ ਆਪਸ਼ਨਸ ਹੋ ਸਕਦੇ ਆ? ਤਰਨ ਬਿਲਕੁਲ ਜਿਹੜਾ ਹੁਣ ਟਾਰਗੇਟ ਬੇਸਡ ਐਕਸਪ੍ਰੈਸ ਐਂਟਰੀ ਆਇਆ, ਅਗਰ ਆਪਾਂ ਇਸ ਚੀਜ਼ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜੀ ਪ੍ਰੈਫਰੈਂਸ ਮਿਲ ਰਹੀ ਹੈ STEM ਨੂੰ ਮਿਲ ਰਹੀ ਹੈ ਇਸ ਟਾਈਮ। ਠੀਕ ਹੈ, 28 ਤੋਂ 31% ਜਿਹੜੇ ਇਨਵੀਟੇਸ਼ਨਸ ਹੈਗੇ ਨੇ ਇੱਕ ਸਾਲ ਦੇ ਵਿੱਚ STEM ਨੂੰ ਇਸ਼ੂ ਹੋਣਗੇ। ਆਪਾਂ ਮੋਸਟਲੀ ਇਹ ਕਹਿੰਦੇ ਆ ਕਿ ਤੁਸੀਂ ਟ੍ਰੇਡ ਪ੍ਰੋਫੈਸ਼ਨ ਜਾ ਸਕਦੇ ਹੋ ਬਿਕੋਜ਼ ਟ੍ਰੇਡ ਇਨ ਡਿਮਾਂਡ ਹੈਗਾ। ਬਟ ਅਗਰ ਤੁਸੀਂ ਕਾਊਂਟ ਦੇਖੋ ਜਿਹੜਾ ਪਰਸੈਂਟੇਜ ਹੈਗੀ ਉਹਨਾਂ ਦੀ 3 to 4% ਹੈਗੀ ਓਵਰਆਲ ਕਿ ਇੰਨੇ ਪਰਸੈਂਟ ਉਹਨਾਂ ਨੂੰ ਇਨਵੀਟੇਸ਼ਨਸ ਇਸ਼ੂ ਹੋਣਗੇ, ਤਾਂ 3 ਤੋਂ 4% 'ਚ ਆਪਾਂ ਦੇਖੀਏ ਕਿ ਕਿੰਨੇ ਕੁ ਲੋਕ ਕੁਆਲੀਫਾਈ ਕਰ ਸਕਦੇ ਨੇ, ਰਾਈਟ। ਉਸ ਤੋਂ ਬਾਅਦ ਹੈਗੀ ਆ ਟਰਾਂਸਪੋਰਟ ਇੰਡਸਟਰੀ। ਮੋਸਟਲੀ ਇੱਥੇ ਜਦੋਂ ਗ੍ਰੇਡ 12 ਤੋਂ ਬਾਅਦ ਬੱਚੇ ਆਉਂਦੇ ਨੇ ਤਾਂ ਉਹ ਹਮੇਸ਼ਾ ਟਰੱਕਿੰਗ ਵੱਲ ਜਾਂਦੇ ਨੇ ਕਿਉਂਕਿ ਉਹਦੇ ਵਿੱਚ ਈਜ਼ੀਲੀ ਪਰਮਨੈਂਟ ਰੈਜ਼ੀਡੈਂਸੀ ਇੱਕ ਟਾਈਮ ਤੇ ਹੋ ਜਾਂਦੀ ਸੀਗੀ। ਅੱਜ ਦੀ ਡੇਟ 'ਚ ਉਹਨਾਂ ਨੂੰ ਜਸਟ 2% ਜਿਹੜਾ ਹੈਗਾ ਅਲਾਟ ਕੀਤਾ ਗਿਆ ਕਿ ਉਹਨਾਂ ਨੂੰ ਇੰਨੇ ਇਨਵੀਟੇਸ਼ਨਸ ਇਸ਼ੂ ਹੋਣਗੇ। ਸੋ ਕਹਿਣ ਦਾ ਮਤਲਬ ਇੱਥੇ ਇਹ ਹੈਗਾ ਕਿ ਅਗਰ ਇਮੀਗ੍ਰੇਸ਼ਨ ਵੀ STEM ਜਾਂ ਹੈਲਥ ਕੇਅਰ ਵਰਗੇ ਪ੍ਰੋਫੈਸ਼ਨਸ ਨੂੰ ਇੰਪੋਰਟੈਂਸ ਦੇ ਰਹੀ ਹੈ ਤਾਂ ਕਿਤੇ ਨਾ ਕਿਤੇ ਉਹ ਵੀ ਇਹ ਐਕਸਪੈਕਟ ਕਰਦੇ ਨੇ ਕਿ ਬੱਚੇ ਜਦੋਂ ਇੱਥੇ ਆਉਣ ਉਹਨਾਂ ਦੀ ਬੈਚਲਰਸ ਕੀਤੀ ਹੋਈ ਹੋਵੇ, ਉਹ ਕੁਝ ਇਦਾਂ ਦੇ ਪ੍ਰੋਫੈਸ਼ਨ 'ਚ ਹੋਣ ਜਿਹੜੇ ਇੱਥੇ ਕਰਨ ਬਹੁਤ ਜ਼ਿਆਦਾ ਡਿਮਾਂਡ ਹੋਵੇ, ਰਾਈਟ। STEM ਦੇ ਵਿੱਚ ਆ ਜਾਂਦੇ ਨੇ ਜਿੱਦਾਂ ਆਪਣੇ ਡਾਟਾ ਐਨਾਲਿਸਟ ਆ ਗਏ, ਸੌਫਟਵੇਅਰ ਇੰਜੀਨੀਅਰਸ, ਵੈਬ ਡਿਵੈਲਪਰਸ। ਸੋ ਇਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਇੰਡੀਆ ਦੇ ਵਿੱਚ ਜਾਂ ਆਪਣੇ ਹੋਮ ਕੰਟਰੀਜ਼ 'ਚ ਬੈਚਲਰਸ ਕਰਕੇ ਆ ਰਹੇ ਹੋ ਤਾਂ ਤੁਸੀਂ ਡੈਫੀਨਿਟਲੀ ਇਸ ਪ੍ਰੋਫੈਸ਼ਨ ਵੱਲ ਜਾ ਰਹੇ ਹੋ ਜਾਂ ਤੁਹਾਡਾ
ਪ੍ਰੀਵੀਅਸ ਕੋਈ ਐਕਸਪੀਰੀਅੰਸ ਹੈਗਾ ਆ ਤਾਂ ਉਹਨਾਂ ਨੂੰ ਹੀ ਇਸ ਟਾਈਮ ਜਿਹੜੀ ਹੈਗੀ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਹੈ ਐਜ਼ ਕੰਪੇਅਰ ਟੂ ਅਗਰ ਆਪਾਂ ਗੱਲ ਕਰੀਏ ਟ੍ਰੇਡ ਜਾਂ ਫਿਰ ਜਿਹੜੇ ਹੈਗੇ ਨੇ ਆਪਣੇ ਟਰਾਂਸਪੋਰਟ ਦੇ ਵਿੱਚ ਟ੍ਰੇਡ ਹਾਂ ਡੈਫੀਨਿਟਲੀ PNP 'ਚ ਹੈਗਾ ਇੱਕ ਪ੍ਰੋਗਰਾਮ ਸਕਿੱਲ ਟ੍ਰੇਡ ਉਹਦੇ ਵਿੱਚ ਤੁਸੀਂ ਕਰ ਸਕਦੇ ਹੋ ਬਟ ਫਿਰ ਗੱਲ ਆਉਂਦੀ ਹੈ ਕਿ ਕਿੰਨੇ ਕੁ ਲੋਕ ਉਹਦੇ ਵਿੱਚ ਕੁਆਲੀਫਾਈ ਕਰ ਸਕਦੇ ਨੇ ਰਾਈਟ ਜਿਸ ਹਿਸਾਬ ਨਾਲ ਇੱਥੇ ਨੰਬਰ ਆ ਰਿਹਾ ਸਟੂਡੈਂਟਸ ਆਪਾਂ ਗੱਲ ਕਰ ਰਹੇ 9 ਲੱਖ ਸਟੂਡੈਂਟਸ ਐਕਸਪੈਕਟਡ ਹੈਗੇ ਨੇ ਤਾਂ ਸਾਰੇ ਨਹੀਂ ਕੁਆਲੀਫਾਈ ਕਰ ਸਕਦੇ ਹੈਗੇ ਸੋ ਉਸੇ ਤਰ੍ਹਾਂ ਜਦੋਂ ਵੀ ਤੁਸੀਂ ਇੱਥੇ ਆਉਂਦੇ ਹੋ ਤਾਂ ਮੇਕ ਸ਼ੋਰ ਕਿ ਤੁਹਾਡੀ ਪ੍ਰੋਫਾਈਲ ਕੀ ਹੈਗੀ ਤੁਹਾਡੇ ਕੋਲ ਅੱਗੇ ਕੀ ਓਪਰਚ्युनिटीज ਹੈਗੀਆਂ ਨੇ ਪਰਮਨੈਂਟ ਰੈਜ਼ੀਡੈਂਸੀ ਦੇ ਲਈ ਉਹ ਤੁਸੀਂ ਪਹਿਲਾਂ ਹੀ ਐਨਾਲਾਈਜ਼ ਕਰਕੇ ਰੱਖੋ ਤਾਂ ਕਿ ਤੁਹਾਨੂੰ ਅੱਗੇ ਡਿਫਿਕਲਟੀ ਨਾ ਆਵੇ ਕਈ ਬੱਚੇ ਆਉਂਦੇ ਨੇ ਸਾਲ ਉਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਹੁੰਦਾ ਹੈਗਾ ਇੱਥੇ ਤਾਂ ਜਿਹੜੀ ਆਪਾਂ ਪੇਰੋਲ ਦੀ ਗੱਲ ਕਰ ਰਹੇ ਹਾਂ ਬੱਚੇ ਉਹ ਚੀਜ਼ ਕਰਦੇ ਨੇ ਜੋ ਕਿ ਬਿਲਕੁਲ ਗਲਤ ਹੈਗਾ ਜਿੱਥੇ ਵੀ ਤੁਸੀਂ ਕੋਈ ਵੀ ਚੀਜ਼ ਫਰਾਡੂਲੈਂਟ ਕਰ ਰਹੇ ਹੈਗੇ ਹੋ ਰਾਈਟ ਤਾਂ ਇਟਸ ਨਾਟ ਓਨਲੀ ਕਿ ਤੁਹਾਡਾ ਵਰਕ ਪਰਮਿਟ ਬਟ ਕੱਲ ਨੂੰ PR ਤੁਸੀਂ ਅਗਰ ਲੈ ਵੀ ਲਈ ਨਾ ਤਾਂ ਤੁਹਾਡੀ ਉਹ ਵੀ ਰਿਵੋਕ ਹੋ ਜਾਏਗੀ ਠੀਕ ਹੈ ਸੋ ਕੋਈ ਵੀ ਤੁਹਾਡੀ ਐਪਲੀਕੇਸ਼ਨ ਜਾਂ ਕੋਈ ਵੀ ਤੁਹਾਡੇ ਜਿਹੜੇ ਡਾਕੂਮੈਂਟਸ ਹੈਗੇ ਨੇ ਇਦਾਂ ਦੇ ਨਹੀਂ ਹੋਣੇ ਚਾਹੀਦੇ ਹੈਗੇ ਜਿਹੜੇ ਫਰਾਡੂਲੈਂਟ ਹੋਣ ਜਾਂ ਤੁਸੀਂ ਕੋਈ ਮਿਸਰਿਪਰੈਜ਼ੈਂਟੇਸ਼ਨ ਕੀਤੀ ਹੋਵੇ ਕਿਉਂਕਿ ਉਸ ਚੀਜ਼ਾਂ ਨੂੰ ਬਾਅਦ ਦੇ ਵਿੱਚ ਜਦੋਂ ਇੱਕ ਵਾਰ ਤੁਸੀਂ ਖੁਦ ਬੋਲ ਚੁੱਕੇ ਹੋ ਬਾਅਦ ਦੇ ਵਿੱਚ ਪ੍ਰੂਫ ਕਰਨਾ ਕਿ ਅਸੀਂ ਨਹੀਂ ਕੀਤਾ ਮੁਸ਼ਕਿਲ ਹੈ ਆਮ ਤੌਰ ਤੇ ਇਹ ਦੱਸ ਦਿੱਤਾ ਜਾਂਦਾ ਕਿ ਚਲੋ ਜੇ ਐਕਸਪ੍ਰੈਸ ਐਂਟਰੀ ਤੁਹਾਡਾ ਜੇ ਨਹੀਂ ਬਣ ਰਿਹਾ ਤਾਂ PNP ਜੇ ਸਟੂਡੈਂਟਸ ਲਈ ਇੱਕ ਬੈਟਰ ਆਪਸ਼ਨ ਹੋ ਸਕਦੀ ਜਿਹੜੇ +2 ਕਰਕੇ ਆਉਂਦੇ ਨੇ ਪਰ PNP ਦੇ ਵਿੱਚ ਵੀ ਕਿੰਨੀਆਂ ਕੁ ਸੀਟਸ ਹੁੰਦੀਆਂ ਨੇ ਜਾਂ ਕਿੰਨੀਆਂ ਕੁ ਐਪਲੀਕੇਸ਼ਨਸ ਤੋਂ ਇਨਵੀਟੇਸ਼ਨਸ ਭੇਜੇ ਜਾ ਸਕਦੇ ਜਾਂ ਕਿਹੜਿਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ PNP ਦੇ ਵਿੱਚ ਵੀ ਦੇਖੋ ਹਰ ਪ੍ਰੋਵਿੰਸ ਨੂੰ ਇੱਕ ਕੋਟਾ ਅਲਾਟ ਹੁੰਦਾ ਆ ਰਾਈਟ ਸੋ ਅਗਰ ਆਪਾਂ ਇੰਟੈਰੀਓ ਦੀ ਗੱਲ ਕਰੀਏ ਇੰਟੈਰੀਓ ਦੇ ਵਿੱਚ ਹੈਗਾ ਆ ਜਿਹੜੀ ਜੌਬ ਆਫਰ ਸਟਰੀਮ ਹੈਗੀ ਆ ਸੋ ਸਟੂਡੈਂਟਸ ਦੇ ਲਈ ਤੁਸੀਂ ਉਹ ਕਰ ਸਕਦੇ ਹੋ ਉਹਦੇ ਵਿੱਚ ਹੈਗਾ ਕਿ ਲਾਈਕ ਤੁਸੀਂ ਰਾਈਟ ਅਵੇ ਐਲੀਜੀਬਲ ਹੋ ਜਾਓਗੇ ਪਰਮਨੈਂਟ ਰੈਜ਼ੀਡੈਂਸੀ ਦੇ ਲਈ ਅਗਰ ਤੁਹਾਡੇ EMPLOYER ਸਪੋਰਟ ਕਰ ਰਹੇ ਨੇ ਓਕੇ ਸੇਮ ਚੀਜ਼ ਬਟ EMPLOYER ਹਰ ਜਗ੍ਹਾ ਨਹੀਂ ਸਪੋਰਟ ਕਰ ਪਾਉਂਦੇ ਹੈਗੇ ਠੀਕ ਹੈ ਉਸ ਤੋਂ ਬਾਅਦ ਆਉਂਦੀ ਆ ਆਪਣੀ ਸਕਿੱਲ ਟ੍ਰੇਡ ਸਟਰੀਮ ਦੇ ਵਿੱਚ ਵੀ ਕੋਟਾ ਹੈਗਾ ਐਂਡ ਦੇ ਡੋਨਟ ਹੈਵ ਰੈਗੂਲਰ ਡਰਾਜ਼ ਹਨ ਆਪਾਂ ਕਈ ਹਰ ਮਹੀਨੇ ਨਹੀਂ ਡਰਾ ਹੁੰਦੇ ਸਮਟਾਈਮਸ ਕਈ ਵਾਰ ਲੋਕਾਂ ਨੂੰ ਵੇਟ ਕਰਨੀ ਪੈਂਦੀ ਆ ਇੱਕ ਹਿਊਮਨ ਕੈਪੀਟਲ ਸਟਰੀਮ ਹੈਗੀ ਆ ਜਿਹੜੀ ਕਿ ਕਾਫੀ ਫੇਮਸ ਰਹੀ ਹੈ ਇੱਕ ਟਾਈਮ ਦੇ ਉੱਪਰ ਉਦੋਂ ਹੁੰਦੇ ਸੀਗੇ ਆਫਿਸ ਐਡਮਿਨ ਪੋਜੀਸ਼ਨਸ HR ਪੋਜੀਸ਼ਨ ਸਾਰਿਆਂ ਦੇ ਉਹਦੇ ਵਿੱਚ ਡਰਾਜ਼ ਨਿਕਲਦੇ ਸੀ ਬਟ ਉਹਨਾਂ ਦੀ ਵੀ ਕੋਈ ਆਪਦੀ ਕੋਈ particular list ਨਹੀਂ ਹੈਗੀ they just revise it every time so ਇਸ ਐਕਚੁਅਲੀ ਇਹਦਾ ਕਹਿਣ ਦਾ ਪਰਪਸ ਇਹ ਹੈਗਾ ਕਿ ਜਿਹੜੀਆਂ ਜੌਬਸ ਹੈਗੀਆਂ ਨੇ ਅੱਜ ਦੀ ਡੇਟ ਦੇ ਵਿੱਚ ਬੱਚਿਆਂ ਨੂੰ ਵੀ ਨਹੀਂ ਸਮਝ ਆ ਰਿਹਾ ਕਿ ਅਸੀਂ ਕਿਸ ਪਾਸੇ ਜਾਈਏ ਠੀਕ ਹੈ ਨਾ ਤਾਂ ਕਿ ਸਾਡੀ ਅੱਗੇ PR ਈਜ਼ੀ ਹੋਵੇ ਕੋਈ ਬੱਚੇ ਟ੍ਰੇਡ ਵੱਲ ਚਲੇ ਜਾਂਦੇ ਨੇ ਠੀਕ ਹੈ ਕਿ ਇਹਦੇ ਵਿੱਚ ਹੁੰਦੇ ਬਟ ਇੱਕ ਸਾਲ ਬਾਅਦ ਚੀਜ਼ਾਂ ਰਿਵਾਈਜ਼ ਹੋ ਜਾਂਦੀਆਂ ਨੇ ਸੋ ਬਹੁਤ ਇਦਾਂ ਦੇ ਕੇਸਿਸ ਸਾਹਮਣੇ ਆਉਂਦੇ ਨੇ ਜਦੋਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲ ਪਾਉਂਦੀ ਐਂਡ ਦੇ ਵਿੱਚ ਉਹਨਾਂ ਦੀ PR ਜਿਹੜੀ ਹੈਗੀ ਕਿਤੇ ਨਾ ਕਿਤੇ ਡਿਫਿਕਲਟੀ ਡੈਫੀਨੇਟਲੀ ਹੁੰਦੀ ਹੈ ਤੁਸੀਂ ਇਹਦੇ ਬਾਰੇ ਗੱਲ ਕੀਤੀ ਮੈਂ ਆਖਿਰ 'ਚ ਬਸ ਇਹੀ ਪੁੱਛਣਾ ਚਾਹੂੰਗੀ ਕਿਉਂਕਿ ਸਮਾਂ ਜਿਹੜਾ ਸਾਡਾ ਇਜਾਜ਼ਤ ਲੈਣ ਵੱਲ ਨੂੰ ਅੱਗੇ ਵਧ ਰਿਹਾ ਕਿ ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਵੀ ਇੱਥੇ ਹੁਣ 9 ਲੱਖ ਦੇ ਕਰੀਬ ਸਟੂਡੈਂਟ ਜੀ ਇਸ ਵਾਰੀ ਆਇਆ ਸਾਲ 2 ਸਾਲ 3 ਸਾਲ ਨੂੰ ਉਹ PR ਲਈ ਐਲੀਜੀਬਲ ਹੋਣਗੇ ਪਰ 9 ਲੱਖ ਐਪਲੀਕੇਸ਼ਨਸ ਤਾਂ ਨਹੀਂ ਹੋਣਗੀਆਂ PR ਦੇ ਲਈ ਫਿਰ ਇਹਨਾਂ ਬੱਚਿਆਂ ਦਾ ਅੱਗੇ ਭਵਿੱਖ ਕੀ ਹੈਗਾ ਜਿਹੜੇ ਇੰਨਾ 22-23 ਬਿਲੀਅਨ ਡਾਲਰ ਇਸ ਇੰਡਸਟਰੀ ਨੂੰ ਦੇ ਰਹੇ ਨੇ ਦੇਖੋ ਐਕਚੁਅਲੀ ਇਸੇ ਚੀਜ਼ ਲਈ ਕਿਹਾ ਜਾ ਰਿਹਾ ਕਿ ਪਾਲਿਸੀਜ਼ ਤਾਂ ਇਮੀਗ੍ਰੇਸ਼ਨ ਦੀਆਂ ਰਹਿਣੀਆਂ ਹੀ ਨੇ ਉਹਨਾਂ ਨੇ ਡੈਫੀਨਿਟਲੀ ਇੱਕ ਇਮੀਗ੍ਰੈਂਟ ਕੰਟਰੀ ਆ ਉਹਨਾਂ ਨੇ ਇਨਵਾਈਟ ਕਰਨਾ ਇੱਥੇ ਲੋਕਾਂ ਨੂੰ ਕਿ ਤੁਸੀਂ ਆਓ ਸਿਸਟਮ ਦੀ ਇੰਟੈਗ੍ਰਿਟੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਅਗਰ ਦੇਖੀਏ ਆਪਾਂ USA ਇੰਗਲੈਂਡ ਜਾਂ ਆਸਟ੍ਰੇਲੀਆ ਦੇ ਵਿੱਚ ਕੀ ਹੋ ਰਿਹਾ ਕਿ ਜਦੋਂ ਤੁਹਾਡੀ ਸਟੱਡੀ ਪਰਮਿਟ ਐਪਲੀਕੇਸ਼ਨਸ ਲੱਗਦੀਆਂ ਨੇ ਬਾਅਦ ਦੇ ਵਿੱਚ ਤੁਹਾਡੀ ਇੰਟਰਵਿਊਜ਼ ਹੁੰਦੀਆਂ ਨੇ ਜਸਟ ਟੂ ਮੇਕ ਸ਼ੋਰ ਕਿ ਤੁਸੀਂ ਕੁਆਲੀਫਾਈ ਕਰਦੇ ਹੋ ਉਸ ਪਾਰਟਿਕੂਲਰ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਸੋ ਅਗਰ ਇੱਥੇ ਵੀ ਕੁਝ ਇਦਾਂ ਦੀ ਚੀਜ਼ ਹੋਵੇ ਠੀਕ ਹੈ ਨਾ ਦੈਨ ਡੈਫੀਨਿਟਲੀ ਇਟਸ ਨਾਟ ਓਨਲੀ ਨੰਬਰ ਕੱਲ ਨੂੰ ਤੁਹਾਡੀ PR ਦੇ ਵਿੱਚ ਵੀ ਈਜ਼ੀ ਆਏਗਾ ਜਿਹੜੀ ਆਪਾਂ ਗੱਲ ਕਰਦੇ ਹਾਂ ਪਰਮਨੈਂਟ ਰੈਜ਼ੀਡੈਂਸੀ ਡੈਫੀਨਿਟਲੀ ਅਗਰ 9 ਲੱਖ ਨੂੰ ਤੁਸੀਂ ਬੁਲਾ ਰਹੇ ਹੋ 9 ਲੱਖ ਦੇ 9 ਲੱਖ PR ਨਹੀਂ ਹੁੰਦੇ ਅਗਰ ਆਪਾਂ ਪੁਰਾਣਾ ਵੀ ਡਾਟਾ ਚੈੱਕ ਕਰੀਏ ਤਾਂ ਜਿੰਨੇ ਬੱਚੇ ਆਏ ਨੇ ਸਾਰੇ ਦੇ ਸਾਰੇ ਪਰਮਨੈਂਟ ਰੈਜ਼ੀਡੈਂਟ ਅਜੇ ਤੱਕ ਨਹੀਂ ਹੋ ਪਾਏ ਹੈਗੇ ਕੁਝ ਲੋਕ ਵਾਪਸ ਜਾ ਰਹੇ ਨੇ ਕੁਝ ਆਪਣੇ ਸਟੇਟਸ ਚੇਂਜ ਕਰ ਰਹੇ ਨੇ ਸੋ ਬਹੁਤ ਘੱਟ ਹੈਗਾ ਜਿਹੜੇ ਜੈਨੂਇਨਲੀ ਜਿਹੜੇ ਹੈਗੇ ਨੇ ਪਰਮਨੈਂਟ ਰੈਜ਼ੀਡੈਂਟ ਹੁੰਦੇ ਨੇ ਸੋ ਉਹੀ ਚੀਜ਼ ਹੈਗੀ ਕਿ ਅਗਰ ਤੁਹਾਡੀ ਇੰਟੈਗ੍ਰਿਟੀ ਤੁਸੀਂ ਸਿਸਟਮ ਦੀ ਆਪਣੀ ਪ੍ਰੋਪਰ ਮੇਨਟੇਨ ਰੱਖ ਰਹੇ ਹੋ ਤੁਹਾਡੀ ਇੱਥੇ ਕੁਆਲਿਟੀ ਵੀ ਆਏਗੀ ਤੇ ਪਲੱਸ ਬੱਚੇ ਵੀ ਜਿਹੜੇ ਆਦੀ ਜਿਹੜੇ ਇੱਥੇ ਆ ਕੇ ਸਫਰ ਕਰ ਰਹੇ ਨੇ ਜਿਨ੍ਹਾਂ ਨੂੰ ਕੋਈ ਰਸਤਾ ਨਹੀਂ ਦਿਖ ਰਿਹਾ ਹੈਗਾ ਤਾਂ ਉਹਨਾਂ ਨੂੰ ਵੀ ਈਜ਼ੀ ਰਹੇਗਾ ਕਿ ਅਸੀਂ ਕਿਸ ਹਿਸਾਬ ਨਾਲ ਇੱਥੇ ਚੱਲਣਾ ਹੈ ਇਹਨੂੰ ਈਜ਼ੀ ਸੋਰਸ ਨਾ ਮੰਨਿਆ ਜਾਵੇ ਕਿ ਕੈਨੇਡਾ ਜਿਹੜੀ ਕੰਟਰੀ ਹੈਗੀ ਅਸੀਂ ਉੱਥੇ ਚਲੇ ਜਾਵਾਂਗੇ ਕੱਲ ਨੂੰ PR ਹੋ ਜਾਏਗੀ ਕਿਉਂਕਿ ਬੈਕ ਹੋਮ ਇਹੀ ਚੀਜ਼ ਹੀ ਸਮਝਾਈ ਜਾ ਰਹੀ ਹੈ ਸਾਰਿਆਂ ਨੂੰ ਮਾਈਂਡਸੈਟ ਇਹੀ ਕੀਤਾ ਜਾ ਰਿਹਾ ਤੁਸੀਂ ਜਿਵੇਂ ਇਹਦੀ ਗੱਲ ਕੀਤੀ ਨਾ ਇੰਟੈਗ੍ਰਿਟੀ ਦੀ ਗੱਲ ਕੀਤੀ ਹੈ ਕੈਨੇਡਾ ਕੋਲ ਤਾਂ ਆਪਣਾ ਇਹ ਨਹੀਂ ਹੈਗਾ ਕੋਈ ਸਿਸਟਮ ਕਿ ਜਿਹਦੇ ਨਾਲ ਇਹ ਕੀਤੀ ਜਾ ਸਕੇ ਟਾਰਗੇਟ ਸੈੱਟ ਕੀਤਾ ਜਾ ਸਕਦਾ ਕਿ ਅਸੀਂ 1 ਸਾਲ 'ਚ ਇੰਨੇ ਹੀ ਸਟੂਡੈਂਟਸ ਬੁਲਾਉਣੇ ਆ ਇਹ ਮਤਲਬ ਡਿਮਾਂਡ ਦੇ ਅਕੋਰਡਿੰਗ ਦੇਖਿਆ ਜਾ ਰਿਹਾ ਯੂਨੀਵਰਸਿਟੀਜ਼ ਕਹਿ ਰਹੀਆਂ ਨੇ ਹੁਣ ਬਿਆਨ ਆ ਰਿਹਾ ਕਿ ਵੀ ਨਹੀਂ ਕੈਪ ਨਹੀਂ ਲਗਾਉਣਾ ਚਾਹੀਦਾ ਸੋ ਉਹਨਾਂ ਨੂੰ ਇਹ ਹੈ ਕਿ ਵੀ ਸਾਡਾ ਜਿਹੜੇ ਫੰਡਸ ਨੇ ਉਹ ਜਾਣਗੇ ਸੋ ਇਹਦੇ ਬਾਰੇ ਵਿੱਚ ਅਖੀਰ 'ਚ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਬੱਚਿਆਂ ਨੇ ਮੇਰੇ ਖਿਆਲ 'ਚ ਬਹੁਤ ਧਿਆਨ ਨਾਲ ਪ੍ਰੋਗਰਾਮ ਇਹ ਦੇਖਿਆ ਹੋਣਾ ਸੁਣਿਆ ਹੋਣਾ ਜਾਣ ਤੋਂ ਪਹਿਲਾਂ ਅਖੀਰ 'ਚ ਕੀ ਕਹਿਣਾ ਚਾਹੋਗੇ ਡੈਫੀਨਿਟਲੀ ਜਿਹੜੀ ਯੂਨੀਵਰਸਿਟੀਜ਼ ਹੈਗੀਆਂ ਉਹ ਨਹੀਂ ਚਾਹੁੰਦੀਆਂ ਕਿ ਕੈਪ ਲੱਗੇ ਕਿਤੇ ਨਾ ਕਿਤੇ
ਉਹਨਾਂ ਨੇ ਡੈਫੀਨਿਟਲੀ ਉਹਨਾਂ ਦਾ ਬਿਜ਼ਨਸ ਜਿਹੜਾ ਹੈਗਾ ਉੱਥੇ ਲੂਜ਼ ਆਊਟ ਕਰੇਗਾ। ਬਟ ਉਹੀ ਚੀਜ਼ ਹੈਗੀ ਹੈ ਕਿ ਅਗਰ ਉਹ ਇੱਕ ਪ੍ਰੋਪਰ ਸਿਸਟਮ ਲੈ ਕੇ ਚੱਲ ਰਹੇ ਨੇ ਤੇ ਪਲੱਸ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਹਾਊਸਿੰਗ, ਜਿਹੜੀ ਆਪਾਂ ਹਰ ਵਾਰ ਕਹਿ ਰਹੇ ਹਾਂ ਕਿ ਸਟੂਡੈਂਟਸ ਪਰ ਇਟਸ ਨਾਟ ਓਨਲੀ ਸਟੂਡੈਂਟਸ ਰਿਸਪੌਂਸਿਬਲ ਨਹੀਂ ਹੈਗੇ। ਜਿਹੜੇ ਹਾਊਸਿੰਗ ਕਰੰਚ ਹੈ ਇਹਨੂੰ ਆਉਣ ਦੇ ਲਈ 30 ਤੋਂ 40 ਸਾਲ ਦਾ ਟਾਈਮ ਲੱਗ ਜਾਂਦਾ, ਚੀਜ਼ ਬਿਲਡ ਅਪ ਹੋ ਰਹੀ ਹੁੰਦੀ ਹੈ। ਸੋ ਸਟੂਡੈਂਟਸ ਆਰ ਨਾਟ ਰਿਸਪੌਂਸਿਬਲ, ਉਹੀ ਇੱਕ ਮੇਨ ਫੈਕਟਰ ਨਹੀਂ ਹੈਗੇ। ਬਟ ਹਾਂ ਉਹ ਕੁਝ ਚੀਜ਼ਾਂ ਨੂੰ ਤੁਸੀਂ ਇੰਪਰੂਵ ਕਰ ਸਕਦੇ ਹੋ, ਲਾਈਕ ਅਗਰ ਅਕੋਮੋਡੇਸ਼ਨ ਦੇ ਇਸ਼ੂਜ਼ ਹੈਗੇ ਨੇ, ਅਗਰ ਜਿਹੜੇ ਯੂਨੀਵਰਸਿਟੀਜ਼ ਹੈਗੇ ਨੇ ਅਗਰ ਉਹ ਅਕੋਮੋਡੇਸ਼ਨ ਨਾਲ ਪ੍ਰੋਵਾਈਡ ਕਰਦੀਆਂ ਨੇ, ਜਾਂ ਤੁਸੀਂ ਐਪਲੀਕੇਸ਼ਨ 'ਚ ਇਹ ਚੀਜ਼ ਕਰਵਾ ਸਕਦੇ ਹੋ ਕਿ ਅਗਰ ਤੁਸੀਂ ਬੱਚੇ ਇੱਥੇ ਆਉਂਦੇ ਨੇ ਦੈਨ ਉਹ ਇੱਥੇ ਕਿ ਰਹਿਣਗੇ ਕਿੱਥੇ, ਲਾਈਕ ਇਟਸ देयर ਰਿਸਪੌਂਸਿਬਿਲਿਟੀ। ਤਾਂ ਉਦਾਂ ਦੀਆਂ ਛੋਟੀਆਂ ਚੀਜ਼ਾਂ ਕਰਨ ਦੇ ਨਾਲ ਡੈਫੀਨਿਟਲੀ ਸਿਸਟਮ ਇੰਪਰੂਵ ਹੋਏਗਾ। ਇਟ ਵਿਲ ਟੇਕ ਟਾਈਮ ਬਟ ਅਲਟੀਮੇਟਲੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਵਰਕਆਊਟ ਹੋਣਗੀਆਂ। ਸੋ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਨੇ ਆਪਣਾ ਬਿਜ਼ਨਸ ਨਹੀਂ ਲੂਜ਼ ਕਰਨਾ ਚਾਹੁੰਦੀਆਂ, ਬਟ ਡੈਫੀਨਿਟਲੀ ਉਹਨਾਂ ਦੇ ਲਈ ਵੀ ਇੱਕ ਚੀਜ਼ ਹੈਗੀ ਕਿ ਆਫਰ ਲੈਟਰਸ ਓਨੀਆਂ ਜਨਰੇਟ ਹੋਣ ਜਾਂ ਬੱਚੇ ਓਨੇ ਇਨਰੋਲਡ ਹੋਣ ਜਿਨ੍ਹਾਂ ਨੂੰ ਉਹ ਪਲੇਸ ਕਰ ਸਕਦੇ ਨੇ, ਤੇ ਅਗਰ ਉਹ ਉਹਨਾਂ ਦੀ ਅਕੋਮੋਡੇਸ਼ਨ ਵੀ ਨਾਲ ਪ੍ਰੋਵਾਈਡ ਕਰ ਸਕਦੇ ਨੇ ਦੈਨ ਡੈਫੀਨਿਟਲੀ ਇਟਸ ਵੇ ਗੁੱਡ। ਬਿਲਕੁਲ। ਤੇ ਤੁਹਾਡੇ ਨਾਲ ਕੋਈ ਕੰਟੈਕਟ ਕਰਨਾ ਚਾਹੁੰਦਾ ਹੋਵੇ ਕਦੋਂ ਕਿਵੇਂ ਕਿੱਥੇ ਕਰ ਸਕਦੇ ਨੇ? ਸ਼ੋਰ, ਤੁਸੀਂ ਸਾਨੂੰ ਆਫਿਸ 'ਚ ਮਿਲ ਸਕਦੇ ਹੋ। ਮੇਰਾ ਆਫਿਸ ਐਡਰੈਸ ਹੈਗਾ 7025 ਟੌਮਕਨ ਰੋਡ, ਮਿਸੀਸਾਗਾ ਦੇ ਵਿੱਚ, ਯੂਨਿਟ ਇਜ਼ 238, ਐਂਡ ਜਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 6475456362 ਦੇ ਉੱਪਰ। ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ 'ਚ ਆਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ। ਥੈਂਕ ਯੂ ਜੀ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਤੁਸੀਂ ਚਾਹੇ ਇੰਡੀਆ ਵਿੱਚ ਬੈਠੇ ਹੋ ਚਾਹੇ ਤੁਸੀਂ ਕੈਨੇਡਾ ਵਿੱਚ ਹੈਗੇ ਹੋ, ਇੱਕ ਕੈਨੇਡੀਅਨ ਕੰਸਲਟੈਂਟ ਦੀ ਹੀ ਸਲਾਹ ਲਓ, ਕਿਉਂਕਿ ਇੱਥੇ ਰੈਗੂਲੇਟਡ ਹੁੰਦੇ ਨੇ ਤੇ ਜਵਾਬਦੇਹ ਹੁੰਦੇ ਨੇ। ਸੋ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਕਸ ਲਾਈਫ ਇਮੀਗ੍ਰੇਸ਼ਨ ਕੋਈ ਇਮੀਗ੍ਰੇਸ਼ਨ ਸੰਬੰਧੀ ਸਲਾਹ ਲੈਣੀ ਹੈ ਤਾਂ ਤੁਸੀਂ ਹੇਠ ਲਿਖੇ ਨੰਬਰਸ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV।